ਰੋਜ਼ਾਨਾ ਲੋਕ ਨਾਦ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਲੁਕਵਾਂ ਸੱਚ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜਿਆ, ਆਮ ਲੋਕਾਂ ਦੇ ਨਾਲ ਜੁੜਿਆ ਅਹਿਮ ਮੁੱਦਾ। ਗੱਲਬਾਤ ਕਰਾਂਗੇ ਕਿ ਅੱਜ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਸਿਆਸਤ ਜਿਹੜੀ ਹੈ ਪੂਰਨ ਤਰੀਕੇ ਦੇ ਨਾਲ ਭਖੀ ਹੋਈ ਹੈ, ਚਾਹੇ ਉਹ ਸਿੱਧੂ ਦੀ ਪ੍ਰੈਸ ਕਾਨਫਰੰਸ ਹੋਵੇ, ਚਾਹੇ ਅਕਾਲੀਆਂ ਦਾ ਜਿਹੜਾ ਨਾਟਕੀ ਢੰਗ ਦੇ ਨਾਲ ਗ੍ਰਿਫਤਾਰੀਆਂ ਦੇਣਾ ਹੋਵੇ, ਚਾਹੇ ਉਹ ਕੇਜਰੀਵਾਲ ਦਾ ਇੱਕ ਨਾਟਕ ਹੋਵੇ ਜਿਹੜਾ ਆ ਕੇ ਅਧਿਆਪਕਾਂ ਦੇ ਧਰਨੇ ਦੇ ਵਿੱਚ ਬੈਠਾ ਹੈ, ਉਸ ਦੇ ਬਾਰੇ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਇੱਕ ਦੁਖੀ ਅਧਿਆਪਕ ਜਿਹੜਾ ਟਾਵਰ ਦੇ ਉੱਪਰ ਪੈਟਰੋਲ ਲੈ ਕੇ ਚੜ੍ਹ ਗਿਆ ਆਪਣੀ ਜਾਨ ਦੀ ਆਹੁਤੀ ਦੇਣ ਦੇ ਲਈ, ਸ਼ਹੀਦੀ ਦੇਣ ਦੇ ਲਈ, ਕਿਉਂਕਿ ਉਹ ਬੜਾ ਜਿਹੜਾ ਦੁਖੀ ਹੈਗਾ ਸਰਕਾਰ ਦੇ ਰਵੱਈਏ ਤੋਂ। ਉਹਦੀ ਜਿਹੜੀ ਤਨਖਾਹ ਘਟਾ ਕੇ ਸਰਕਾਰ ਨੇ ਜਿਹੜਾ ਉਹਨੂੰ ਬੜਾ ਵੱਡਾ ਝਟਕਾ ਦਿੱਤਾ ਤੇ ਜਿਸ ਤੋਂ ਦੁਖੀ ਹੋ ਕੇ ਉਹ ਉੱਪਰ ਚੜ੍ਹ ਗਿਆ। ਅੱਜ ਗੱਲਬਾਤ ਪ੍ਰੋਗਰਾਮ ਦੇ ਵਿੱਚ ਕਰਾਂਗੇ ਕਿ ਵੱਖ-ਵੱਖ ਪਾਰਟੀਆਂ ਦੇ ਜਿਹੜੇ ਲੀਡਰ ਆ ਉਹ ਮੁੱਦਿਆਂ ਦੀ ਗੱਲ ਕਰਨ ਦੀ ਬਜਾਏ ਸਿਆਸਤ ਨੂੰ ਘੁਮਾ ਕਿਸ ਤਰੀਕੇ ਦੇ ਨਾਲ ਰਹੇ ਨੇ, ਲੋਕਾਂ ਨੂੰ ਬੇਵਕੂਫ ਕਿਸ ਤਰੀਕੇ ਦੇ ਨਾਲ ਬਣਾ ਰਹੇ ਨੇ, ਇਹਨਾਂ ਸਾਰੀਆਂ ਖਬਰਾਂ ਤੇ ਗੱਲਬਾਤ ਕਰਾਂਗੇ। ਤੁਹਾਨੂੰ ਜਾਣੂ ਕਰਾਵਾਂਗੇ ਇਹਨਾਂ ਸਿਆਸਤਦਾਨਾਂ ਦੀਆਂ ਜਿਹੜੀਆਂ ਨਾਟਕੀ ਢੰਗ ਦੇ ਨਾਲ ਕੀਤੀਆਂ ਜਾ ਰਹੀਆਂ ਚਾਲਬਾਜ਼ੀਆਂ ਨੇ। ਇਹਨਾਂ ਸਾਰੀਆਂ ਗੱਲਾਂ ਬਾਤਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਰਾਜਨੀਤਿਕ ਮਾਹਰ ਦੇ ਤੌਰ ਤੇ ਰਾਜਨੀਤੀ ਸ਼ਾਸਤਰ ਦੇ ਉੱਘੇ ਵਿਦਵਾਨ ਡਾਕਟਰ ਕੁਲਦੀਪ ਸਿੰਘ ਜੀ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਡਾਕਟਰ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਥੈਂਕ ਯੂ, ਸ਼ੁਕਰੀਆ ਸੁਖਵਿੰਦਰ ਸਿੰਘ ਜੀ। ਡਾਕਟਰ ਸਾਹਿਬ, ਸ਼ੁਰੂਆਤ ਜਿਹੜੀ ਆਪਾਂ ਮੈਂ ਕਹਿੰਦਾ ਕਿ ਸਰਕਾਰ ਤੋਂ ਹੀ ਕਰ ਲਈਏ। ਜਿਹੜੀ ਸਰਕਾਰ ਹੈ, ਇੱਕ ਪਾਸੇ ਤਾਂ ਅੱਜ ਜਿਹੜਾ ਇੱਕ ਦੁਖੀ ਅਧਿਆਪਕ ਟੈਂਕ ਤੇ ਟਾਵਰ ਤੇ ਚੜ੍ਹ ਗਿਆ, ਉਹ ਡਾਕਟਰ ਸਾਹਿਬ ਸੁਣਿਆ ਨਹੀਂ ਸੀ ਜਾਂਦਾ। ਸ਼ਾਇਦ ਤੁਸੀਂ ਵੀ ਸੁਣਿਆ ਹੋਵੇ, ਉਹ ਜਿਸ ਤਰੀਕੇ ਦੇ ਨਾਲ ਰੋ ਰਿਹਾ ਸੀ, ਮੈਂ ਮਰ ਚੱਲਿਆ। ਉਹਨੂੰ ਬੜਾ ਦੁੱਖ ਸੀ ਵਿਚਾਰੇ ਨੂੰ, ਜਿਸ ਤਰੀਕੇ ਦੇ ਨਾਲ ਉੱਤੇ ਚੜ੍ਹ ਕੇ ਪੈਟਰੋਲ ਲੈ ਕੇ ਉਹ ਚੜ੍ਹਿਆ ਹੋਇਆ ਸੀਗਾ। ਤਾਂ ਦੂਜੇ ਪਾਸੇ ਸਰਕਾਰ ਜਿਹੜੀ ਹੈ ਉਹ STF ਦੀ ਰਿਪੋਰਟ ਤੇ ਸੰਗਠਨ ਸਰਕਾਰ ਦਾ ਤੇ ਸਰਕਾਰ ਲੜੀ ਜਾ ਰਹੀ ਹੈ। ਡਾਕਟਰ ਸਾਹਿਬ, ਠੀਕ ਹੈ, ਜਿਹੜੇ ਮੁੱਦੇ ਨੇ ਬੇਅਦਬੀ ਦੇ ਮੁੱਦੇ ਨੇ, ਬੜੇ ਅਹਿਮ, ਸਾਡੇ ਸਾਰਿਆਂ ਦੀਆਂ ਭਾਵਨਾਵਾਂ ਦੇ ਨਾਲ ਜੁੜੇ ਹੋਏ ਨੇ। ਡਰੱਗ ਦਾ ਮੁੱਦਾ ਵੀ ਜ਼ਰੂਰੀ ਸੀ ਕਿ ਡਾਕਟਰ ਸਾਹਿਬ ਇਹ ਡਰੱਗ ਦੇ STF ਦੇ ਮਾਮਲੇ ਤੇ ਸਰਕਾਰ ਤੇ ਸੰਗਠਨ ਕਾਂਗਰਸ ਦਾ ਜਿਹੜਾ ਆਪਸ ਦੇ ਵਿੱਚ ਲੜ ਰਿਹਾ, ਕਿ STF ਦੀ ਰਿਪੋਰਟ ਇਸ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਆਮ ਲੋਕ ਤਾਂ ਰੋਟੀ ਤੋਂ ਮੁਹਤਾਜ ਨੇ ਤੇ ਲੋਕ ਜਿਹੜੇ ਆ ਬੇਰੁਜ਼ਗਾਰ ਵਿਚਾਰੇ ਉਹ ਟੈਂਕੀਆਂ ਤੇ ਚੜ੍ਹੇ ਫਿਰਦੇ ਨੇ। ਅਧਿਆਪਕਾਂ ਨੂੰ ਤੁਸੀਂ ਤਨਖਾਹ ਘਟਾ ਕੇ ਉਹਨਾਂ ਨੂੰ ਮਜਬੂਰ ਕਰ ਰਹੇ ਹੋ ਟਾਵਰ ਤੇ ਚੜ੍ਹਨ ਦੇ ਲਈ, ਜਾਨ ਗਵਾਉਣ ਦੇ ਲਈ। ਉਹਨਾਂ ਦੀ ਤੁਸੀਂ ਸਾਰ ਨਹੀਂ ਲੈ ਰਹੇ, ਉਹਨਾਂ ਦੇ ਮੁੱਦਿਆਂ ਤੇ ਤੁਸੀਂ ਕੰਮ ਨਹੀਂ ਕਰ ਰਹੇ। STF ਦੀ ਰਿਪੋਰਟ ਤੇ ਤੁਸੀਂ ਲੜੀ ਜਾ ਰਹੇ ਹੋ। ਡਾਕਟਰ ਸਾਹਿਬ ਸੁਖਵਿੰਦਰ, ਗੱਲ ਇਹ ਹੈ ਕਿ ਚਲੋ STF ਦੀ ਰਿਪੋਰਟ ਆਪਣੇ ਤਰੀਕੇ ਨਾਲ ਮਹੱਤਵਪੂਰਨ ਹੋ ਸਕਦੀ ਹੈ, ਰਾਦਰ ਹੈਗੀ ਹੈ, ਪਰ ਜਿਹੜਾ ਇਹ ਤੁਸੀਂ ਅਧਿਆਪਕਾਂ ਦਾ ਮੁੱਦਾ ਜਿਹੜਾ ਛੋਹਿਆ ਹੈ ਨਾ, ਇਸ ਸੰਬੰਧ ਚ ਮੈਂ ਤੁਹਾਨੂੰ ਕਈ ਗੱਲਾਂ ਕਹਿਣੀਆਂ ਚਾਹੁੰਦਾ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਕਿ ਪਾਣੀ ਦੀ ਟੈਂਕੀ ਤੇ ਇੱਕ ਅਧਿਆਪਕ ਚੜ੍ਹ ਗਿਆ ਜੀ, ਉਹਦੇ ਚ ਰਾਜਨੀਤਿਕ ਪਾਰਟੀਆਂ ਦੇ ਟਾਵਰ ਤੇ ਸਰ ਚੜਿਆ ਹੋਇਆ ਅੱਜ ਜੀ, MLA ਹੋਸਟਲ ਦੇ ਬਾਹਰ ਚੜ੍ਹ ਗਿਆ, ਆਪੋ ਆਪਣੀਆਂ ਰੋਟੀਆਂ ਸੇਕ ਰਹੇ ਨੇ। ਸਭ ਤੋਂ ਪਹਿਲਾਂ ਤੇ ਗੱਲ ਇਹ ਬਣਦੀ ਸੀ ਕਿ ਉਹ ਵਿਅਕਤੀ ਜਿਹੜਾ ਕਿਸੇ ਕਾਰਨ ਕਰਕੇ ਅਪਸੈਟ ਹੈ, ਉਹਨੂੰ ਨਾ ਜਿਹੜੇ ਮਾਹਰ ਨੇ, ਜਿਹੜੇ ਸਾਈਕੋਲੋਜਿਸਟ ਨੇ, ਜਿਹੜੇ ਬੰਦੇ ਦੀ ਸੋਚ ਨੂੰ ਮੋਲਡ ਕਰ ਸਕਦੇ ਨੇ, ਸਿਰਫ ਤੇ ਸਿਰਫ ਉਹਨਾਂ ਲੋਕਾਂ ਨਾਲ ਇਸ ਵੇਲੇ ਉਹਨੂੰ ਗੱਲ ਕਰਨੀ, ਉਹਨਾਂ ਲੋਕਾਂ ਨੂੰ ਉਸ ਵਿਅਕਤੀ ਨਾਲ ਗੱਲ ਕਰਨੀ ਚਾਹੀਦੀ ਸੀਗੀ। ਹਾਂਜੀ, ਮਤਲਬ ਇਮੀਡੀਏਟ ਗੱਲ ਕੀ ਹੈਗੀ ਹੈ, ਇੱਕ ਵਿਅਕਤੀ ਜਿਹੜਾ ਆਪਣੇ ਆਪ ਨੂੰ ਵਿਕਟਮ ਸਮਝਦਾ ਹੈ ਤੇ ਉਹ ਟਾਵਰ ਤੇ ਚੜ੍ਹ ਗਿਆ, ਉਹ ਐਕਸਟ੍ਰੀਮ ਸਟੈਪ ਲੈਣ ਨੂੰ ਤਿਆਰ ਹੈ। ਇਮੀਡੀਏਟ ਜਿਹੜਾ ਸਾਡਾ ਮਕਸਦ ਹੋਣਾ ਬਣਦਾ ਕਿ ਉਸ ਵਿਅਕਤੀ ਨੂੰ ਇਸ ਗੱਲ ਤੋਂ ਪਿੱਛੇ ਕਿੱਦਾਂ ਲੈ ਕੇ ਆਉਣਾ। ਸੋ ਮੈਂ ਸਮਝਦਾ ਕਿਸੇ ਪੋਲੀਟੀਕਲ ਲੀਡਰ ਨੂੰ ਉਸ ਵਿਅਕਤੀ ਨਾਲ ਗੱਲ ਨਹੀਂ ਸੀ ਕਰਨੀ ਚਾਹੀਦੀ, ਸਿਰਫ ਤੇ ਸਿਰਫ ਗੱਲ ਕਰਨੀ ਚਾਹੀਦੀ ਸੀ ਜਿਹੜੇ ਇਸ ਫੀਲਡ ਦੇ ਮਾਹਰ ਨੇ, ਤਾਂ ਕਿ ਉਸ ਵਿਅਕਤੀ ਨੂੰ ਇਸ ਤਰੀਕੇ ਨਾਲ ਪਰਸੂਏਟ ਕਰਦੇ ਕਿ ਜ਼ਿੰਦਗੀ ਤੋਂ ਵੱਧ ਮਹੱਤਵਪੂਰਨ ਕੋਈ ਚੀਜ਼ ਨਹੀਂ ਹੈਗੀ, ਬਾਕੀ ਗੱਲਾਂ ਬਾਅਦ ਦੀਆਂ ਨੇ। ਹੁਣ ਗੱਲ ਇਹ ਹੈ ਕਿ ਇਸ ਕਿਸਮ ਦੇ, ਚਲੋ ਇਹ ਅੱਜ ਦਾ ਇੱਕ ਇੰਸੀਡੈਂਟ ਹੈ, ਪਹਿਲਾਂ ਵੀ ਇੱਦਾਂ ਦੇ ਇੰਸੀਡੈਂਟਸ ਹੋ ਚੁੱਕੇ ਨੇ। ਪੰਜਾਬ ਭਵਨ ਤੇ ਵੀ ਲੋਕ ਚੜ੍ਹ ਗਏ ਸੀ, ਉਹ ਵੀ ਪੈਟਰੋਲ ਦੀਆਂ ਬੋਤਲਾਂ ਲਈ ਫਿਰਦੇ ਸੀਗੇ, ਹੋਰ ਵੀ ਬੜੇ ਬਹੁਤ ਦੁਖੀ ਨੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਸ ਕਿਸਮ ਦੇ ਸੰਕਟ, ਇਸ ਕਿਸਮ ਦਾ ਸੰਕਟ ਪੈਦਾ ਕਿਉਂ ਤੇ ਕਦੋਂ ਹੋਇਆ, ਤੇ ਉਸ ਸੰਕਟ ਨੂੰ ਜੇ ਹੱਲ ਨਹੀਂ ਕੀਤਾ ਜਾਏਗਾ ਫਿਰ ਇਸ ਕਿਸਮ ਦੀਆਂ ਘਟਨਾਵਾਂ ਸਮੇਂ ਸਿਰ ਹੁੰਦੀਆਂ ਰਹਿਣਗੀਆਂ। ਹੁਣ ਤੁਹਾਨੂੰ ਮੈਂ ਦੱਸਦਾ
ਕਿ ਚਾਹੇ ਈਟੀਟੀ ਅਧਿਆਪਕ ਹੋਣ, ਚਾਹੇ ਦੂਜੇ ਸਕੂਲਾਂ ਦੇ ਅਧਿਆਪਕ ਹੋਣ, ਚਾਹੇ ਕਾਲਜਾਂ ਦੇ ਅਧਿਆਪਕ ਹੋਣ, ਚਾਹੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਹੋਣ, ਅੱਜ ਤੋਂ ਲਗਭਗ 20 ਸਾਲ ਪਹਿਲਾਂ ਇਹ ਸੋਚ ਪੈਦਾ ਹੋਈ ਕਿ ਜਿਹੜੀ ਵਿੱਦਿਆ ਦੇ ਖੇਤਰ ਨੂੰ ਅਸੀਂ ਪ੍ਰਾਈਵੇਟ ਸੈਕਟਰ ਨੂੰ ਦੇ ਦਈਏ। ਫਿਰ ਪ੍ਰਾਈਵੇਟ ਯੂਨੀਵਰਸਿਟੀਆਂ ਆ ਗਈਆਂ। ਫਿਰ ਉਹਦੇ ਵਿੱਚੋਂ ਕੀ ਹੋਇਆ ਕਿ ਘੱਟ ਤਨਖਾਹ ਤੇ ਵੱਜਵੀਂ ਤਨਖਾਹ ਤੇ ਟੀਚਰ ਅਪਾਇੰਟ ਕਰ ਲਏ। ਫਿਰ ਬਹੁਤ ਲੰਮਾ ਸਮਾਂ ਉਹਨਾਂ ਨੂੰ ਪੱਕਾ ਨਹੀਂ ਕੀਤਾ ਗਿਆ ਹੈ ਜੀ। ਇੱਥੋਂ ਤੱਕ ਗੱਲ ਪਹੁੰਚ ਗਈ ਕਿ ਯੂਨੀਵਰਸਿਟੀਆਂ ਵਿੱਚ ਵੀ ਜਿਹੜੇ ਪ੍ਰੋਫੈਸਰ ਅਪਾਇੰਟ ਹੋਏ ਉਹਨਾਂ ਨੂੰ ਵੱਜਵੀਂ ਤਨਖਾਹ ਤੇ 3-3 ਸਾਲ ਕੰਮ ਕਰਵਾਉਂਦੇ ਰਹੇ। ਈਵਨ PCS ਦੇ ਲੋਕ ਵੀ ਵੱਜਵੀਂ ਤਨਖਾਹ ਤੇ 3-3 ਸਾਲ ਕੰਮ ਕਰਦੇ ਰਹੇ। ਸੋ ਇਹ ਜਿਹੜਾ ਸਿਸਟਮ ਪੈਦਾ ਹੋਇਆ, ਜਿਹਨੂੰ ਅਸੀਂ ਨਵ ਉਦਾਰਵਾਦ ਕਹਿੰਦੇ ਆ, ਨਿਊ ਲਿਬਰਲ ਪਾਲਿਸੀਜ਼ ਕਹਿੰਦੇ ਆ, ਕਿ ਸਰਕਾਰ ਦੇ ਖਰਚੇ ਘਟਾਉਣੇ ਨੇ, ਪੱਕੀਆਂ ਨੌਕਰੀਆਂ ਖਤਮ ਕਰਨੀਆਂ ਨੇ, ਪੈਨਸ਼ਨ ਵਾਲੀਆਂ ਨੌਕਰੀਆਂ ਖਤਮ ਕਰਨੀਆਂ ਨੇ, ਇਹ ਸਾਰਾ ਸੰਕਟ ਇਸ ਕਿਸਮ ਦੀ ਸੋਚ ਚੋਂ ਨਿਕਲਿਆ। ਸੰਕਟ ਪੈਦਾ ਹੋ ਗਿਆ ਲਗਭਗ ਅੱਜ ਤੋਂ 20 ਸਾਲ ਪਹਿਲਾਂ, ਔਰ ਹਰ ਪੰਜਾਬ ਦੀ ਹਰ ਸਰਕਾਰ ਨੇ ਇਸ ਕਿਸਮ ਦੀ ਸੋਚ ਵੱਲ ਕਦਮ ਵਧਾਏ ਕਿ ਆਪਾਂ ਪ੍ਰਾਈਵੇਟਾਈਜ਼ ਕਰ ਦਈਏ, ਆਪਾਂ ਸਰਕਾਰ ਦੇ ਖਰਚੇ ਘਟਾਈਏ, ਅਸੀਂ ਸਕੂਲਾਂ ਵਿੱਚ, ਕਾਲਜਾਂ ਵਿੱਚ, ਯੂਨੀਵਰਸਿਟੀਆਂ ਵਿੱਚ ਤੇ PCS ਅਫਸਰ ਵੱਜਵੀਂ ਤਨਖਾਹ ਤੇ ਰੱਖੀਏ ਤਾਂ ਕਿ ਸਰਕਾਰ ਦਾ ਖਰਚਾ ਘੱਟ ਹੋਵੇ। ਇਹ ਸੰਕਟ ਉਹਦੇ ਚੋਂ ਪੈਦਾ ਹੋਇਆ ਤੇ ਲਗਾਤਾਰ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਇਸ ਸਦੀ ਵਿੱਚ, ਉਹ ਸਾਰੀਆਂ ਸਰਕਾਰਾਂ ਇਸ ਕਿਸਮ ਦੀ ਸੋਚ ਨੂੰ ਟੋ ਕਰਦੀਆਂ ਰਹੀਆਂ ਨੇ। ਹੁਣ ਜਦੋਂ ਪਿਛਲੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਆਈ, ਜਾਣੀ ਕਿ 2017 ਵਾਲੀ, 2002 ਦੇ ਇਰਦ ਗਿਰਦ ਇਹੋ ਜਿਹੀਆਂ ਨੀਤੀਆਂ ਸ਼ੁਰੂ ਹੋ ਗਈਆਂ। 2017 ਜਾਣੀ ਕਿ 15 ਸਾਲਾਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਖਿਆਲ ਆਇਆ ਕਿ ਇਹਨਾਂ ਲੋਕਾਂ ਨਾਲ ਤਾਂ ਜ਼ਿਆਦਤੀ ਹੋ ਰਹੀ ਹੈ। ਫਿਰ ਉਹਨਾਂ ਨੇ ETT ਅਧਿਆਪਕਾਂ ਨਾਲ ਵਾਅਦੇ ਕਰ ਲਏ। ਫਿਰ ਉਹਨਾਂ ਨੇ ਜਿਹੜੇ ਬਾਕੀ ਟੀਚਰ ਸੀ ਉਹਨਾਂ ਨਾਲ ਵਾਅਦੇ ਕਰ ਲਏ। ਫਿਰ ਉਹਨਾਂ ਨੂੰ ਲੱਗਿਆ ਕਿ ਜਿਹੜੇ ਵੱਜਵੀਂ ਤਨਖਾਹ ਤੇ ਟੀਚਰ ਕੰਮ ਕਰਦੇ ਨੇ ਇਹ ਗਲਤ ਹੈ, ਗ੍ਰੇਡ ਵਿੱਚ ਹੋਣੇ ਚਾਹੀਦੇ ਨੇ, ਇਹਨਾਂ ਦੀਆਂ ਪੱਕੀਆਂ ਨੌਕਰੀਆਂ ਹੋਣੀਆਂ ਚਾਹੀਦੀਆਂ ਸੀ। ਸੋ ਉਹਨਾਂ ਦੇ ਸੰਕਟ ਨੂੰ ਦੇ ਨਾਲ ਜੁੜਦੇ ਹੋਏ, ਉਹਨਾਂ ਨਾਲ ਸਿੰਪਥੀ ਸ਼ੋ ਕਰਦੇ ਹੋਏ 20 ਵਿੱਚ ਜਿਹੜੀ ਕਾਂਗਰਸ ਸੀਗੀ ਉਹਨੇ ਵਾਅਦੇ ਕਰ ਲਏ। ਵਾਅਦੇ ਪੂਰੇ ਨਹੀਂ ਹੋਏ। ਹੁਣ ਜਦੋਂ ਵਾਅਦੇ ਪੂਰੇ ਨਹੀਂ ਹੋਏ, ਫਿਰ ਜਿਹੜਾ ਤੁਸੀਂ ਵਾਅਦਾ ਕੀਤਾ ਸੀ ਉਹ ਇਹਨਾਂ ਲੋਕਾਂ ਨੇ ਆਪਣਾ ਹੱਕ ਬਣਾ ਲਿਆ। ਉਹ ਜਦੋਂ ਤੁਸੀਂ ਕਿਸੇ ਚੀਜ਼ ਨੂੰ ਆਪਣਾ ਹੱਕ ਬਣਾ ਲਵੋ ਤੇ ਉਹ ਹੱਕ ਤੁਹਾਨੂੰ ਨਾ ਮਿਲੇ, ਫਿਰ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡੇ ਨਾਲ ਅਨਿਆਂ ਹੋ ਰਿਹਾ। ਸੋ ਇਹ ਜਿਹੜੀ ਜਮਾਤ ਹੈ ETT ਟੀਚਰਾਂ ਦੀ ਜਾਂ ਦੂਜੇ ਟੀਚਰਾਂ ਦੀ, ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨਾਲ ਅਨਿਆਂ ਹੋਇਆ, ਕਿ ਵਾਕਈ ਹੋਇਆ ਹੈ ਜੀ। ਹੁਣ ਗੱਲ ਰਹੀ ਸਰਕਾਰ ਦੀ, ਜਿਹੜੀ ਤੁਸੀਂ ਗੱਲ ਕਰਦੇ ਹੋ ਨਾ, ਚਲੋ ਬਾਕੀ ਮਸਲੇ ਸਰਕਾਰ ਦੇ ਉਨੇ ਹੀ ਮਹੱਤਵਪੂਰਨ ਹੁੰਦੇ ਨੇ। ਜਿਹੜੀ ਗੱਲ ਆਪਾਂ ਕਰ ਰਹੇ ਹਾਂ, ਇਹਨਾਂ ਵਰਗਾਂ ਨਾਲ ਜਿਹੜੇ ਤੁਸੀਂ ਵਾਅਦੇ ਕੀਤੇ ਨੇ, ਹੁਣ ਸਰਕਾਰ ਉਹਨਾਂ ਵਾਅਦਿਆਂ ਤੇ ਕਿੱਥੇ ਖੜੀ ਹੈ? ਕਿ ਤੁਸੀਂ ਅਜੇ ਵੀ ਉਸ ਸੋਚ ਤੇ ਖੜੇ ਹੋ ਕਿ ਜਿਹੜੀ ਵਿਦਿਅਕ ਖੇਤਰ ਪ੍ਰਾਈਵੇਟ ਅਦਾਰੇ ਨੂੰ ਦੇਣੀ ਹੈ, ਲੋਕ ਵੱਜਵੀਂ ਤਨਖਾਹ ਤੇ ਕੰਮ ਕਰਨਗੇ, ਲੋਕਾਂ ਨੂੰ ਪੱਕੇ ਨਹੀਂ ਕਰਨਾ, ਲੋਕਾਂ ਨੂੰ ਪੈਨਸ਼ਨਾਂ ਨਹੀਂ ਦੇਣੀਆਂ? ਜਾਂ ਸਰਕਾਰ ਇਹ ਸੋਚਦੀ ਹੈ ਕਿ ਜਿਹੜੇ ਲੋਕਾਂ ਨੇ ਐਡਾ ਲੰਮਾ ਸਮਾਂ ਵੱਜਵੀਂ ਤਨਖਾਹ ਤੇ ਕੰਮ ਕੀਤਾ, ਕੱਚੀਆਂ ਨੌਕਰੀਆਂ ਕੀਤੀਆਂ ਨੇ, ਜਿਵੇਂ ਕਿ ਵਾਅਦਾ ਕੀਤਾ ਸੀ, ਅਸੀਂ ਉਹਨਾਂ ਨੂੰ ਪੱਕਾ ਕਰਨਾ ਹੈ। ਸੋ ਇਹ ਨਾ ਪਾਲਿਸੀ ਡਿਸੀਜਨ ਲੈਣੇ ਪੈਣਗੇ। ਅੱਛਾ, ਤੇ ਹੋਰ ਵੀ ਤੁਹਾਨੂੰ ਮੈਂ ਦੱਸ ਦਿਆਂ, ਕਿਉਂਕਿ ਬਹੁਤ ਲੰਮੇ ਸਮੇਂ ਤੋਂ ਇਹਨਾਂ ਗੰਭੀਰ ਮਸਲਿਆਂ ਨਾਲ ਸੰਬੰਧਿਤ ਕੋਈ ਨੀਤੀ ਨਹੀਂ ਬਣੀ, ਕੋਈ ਨੀਤੀ ਬਣਾ ਕੇ ਸਰਕਾਰ ਨੇ ਫੈਸਲੇ ਨਹੀਂ ਲਏ। ਇਸ ਕਰਕੇ ਸਰਕਾਰ ਬੜੇ ਪਾਸਿਓਂ ਘਿਰ ਚੁੱਕੀ ਹੈ। ਹਰ ਵਰਗ, ਹਰ ਮੁਲਾਜ਼ਮ, ਹਰ ਵਰਗ ਸਰਕਾਰ ਨਾਲ ਗੁੱਸੇ ਹੋਇਆ ਬੈਠਾ ਹੈ, ਮਹਿਸੂਸ ਕਰਦਾ ਹੈ ਕਿ ਉਹਨਾਂ ਨਾਲ ਬੇਇਨਸਾਫੀ ਹੋਈ ਹੈ। ਕਿ ਡਾਕਟਰ ਸਾਹਿਬ ਇਹ ਤਾਂ ਗੱਲਾਂ ਤੁਸੀਂ ਉਹ ਦੱਸ ਰਹੇ ਹੋ ਕਿ ਜਿਹੜੀਆਂ ਗੱਲਾਂ ਕਰਨੀਆਂ ਚਾਹੀਦੀਆਂ ਨੇ। ਆਪਾਂ ਅਕਸਰ, ਤੁਸੀਂ ਅੱਗੇ ਵੀ ਆਪਣੇ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਵੱਖ-ਵੱਖ ਤੌਰ ਤੇ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਕਹਿੰਦੇ ਰਹੇ ਹੋ, ਇਹ ਤਾਂ ਆਪਾਂ ਅੱਗੇ ਵੀ ਕਹਿੰਦੇ ਰਹਿਣਾ। ਪਰ ਗੱਲ ਡਾਕਟਰ ਸਾਹਿਬ ਇਹ ਹੈ ਕਿ ਜਿਹੜੀ ਜ਼ਰੂਰਤ ਸੀਗੀ, ਇਹ ਜਿਹੜੀ ਤੁਸੀਂ ਦੱਸ ਰਹੇ ਹੋ, ਉਹ ਜ਼ਰੂਰਤ ਹੈ ਸਰਕਾਰ ਨੂੰ ਇਹ ਕੰਮ ਇਸ ਤਰੀਕੇ ਦੇ ਨਾਲ ਕਰਨ ਦੀ। ਪਰ ਸਰਕਾਰ ਕਰ ਕੀ ਰਹੀ ਹੈ? ਸਿਰਫ ਇੱਥੇ ਸਰਕਾਰ ਨੂੰ ਹੀ ਆਪਾਂ ਦੋਸ਼ੀ ਨਹੀਂ ਠਹਿਰਾ ਸਕਦੇ, ਚਲੋ, ਕਿਉਂਕਿ ਸਰਕਾਰ ਨੇ ਜਿਹੜਾ ਕੰਮ ਕਰਨਾ ਸੀਗਾ ਉਹ ਨਹੀਂ ਕਰ ਰਹੀ। ਦੂਜੇ ਪਾਸੇ ਵਿਰੋਧੀ ਧਿਰਾਂ ਦਾ ਵੀ ਡਾਕਟਰ ਸਾਹਿਬ ਜਿਸ ਤਰੀਕੇ ਦੇ ਨਾਲ ਰੋਲ ਹੈ, ਉਹ ਵੀ ਕੋਈ ਬਹੁਤਾ ਵਧੀਆ ਨਹੀਂ। ਤੇ ਜਿਸ ਤਰੀਕੇ ਦੇ ਨਾਲ ਹੁਣ ਵੋਟਾਂ ਨੇੜੇ ਦੇਖ ਕੇ ਇਹਨਾਂ ਮਸਲਿਆਂ ਨੂੰ ਹੱਲ ਕਰਵਾਉਣ ਦੀ ਜਗ੍ਹਾ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਸਿਰਫ 2-4 ਮੁੱਦੇ ਚੱਕ ਕੇ ਬਾਕੀ ਮੁੱਦੇ ਬੌਨੇ ਕਰਕੇ ਉਹਨਾਂ ਨੂੰ ਲੁਕੋਇਆ ਜਾ ਰਿਹਾ ਹੈ। ਤੇ ਦੂਜੇ ਪਾਸੇ ਇਹ ਹੈ, ਜਿਵੇਂ ਅਰਵਿੰਦ ਕੇਜਰੀਵਾਲ ਅੱਜ ਅਧਿਆਪਕਾਂ ਦੇ ਧਰਨੇ ਦੇ ਵਿੱਚ ਡਾਕਟਰ ਸਾਹਿਬ ਪਹੁੰਚੇ ਨੇ,
ਕੀ ਗੱਲ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਟਾਵਰ ਤੇ ਚੜਿਆ ਹੋਇਆ ਨੌਜਵਾਨ ਇਹ ਨਹੀਂ ਸੀ ਦਿਸਦਾ? ਲੱਗਦਾ ਨਹੀਂ ਸੀ ਵੀ ਇਹਦੇ ਕੋਲੇ ਵੀ ਆਉਣਾ ਚਾਹੀਦਾ ਸੀ? ਔਰ ਦੂਜੇ ਪਾਸੇ ਗੱਲ ਇਹ ਵੀ ਹੈ ਡਾਕਟਰ ਸਾਹਿਬ ਕਿ ਅਰਵਿੰਦ ਕੇਜਰੀਵਾਲ ਇਹ ਵੀ ਦੱਸਣ ਕਿ ਅੱਜ ਪਹਿਲੀ ਵਾਰੀ ਅਧਿਆਪਕਾਂ ਦਾ ਧਰਨਾ ਲੱਗਿਆ ਪੰਜਾਬ ਦੇ ਵਿੱਚ, ਜੋ ਅੱਜ ਹੀ ਆਏ ਨੇ। ਪਹਿਲੇ 5 ਸਾਲਾਂ ਦੇ ਵਿੱਚ, ਪਹਿਲੇ 4 ਸਾਲਾਂ ਦੇ ਵਿੱਚ ਅਧਿਆਪਕਾਂ ਨੇ ਧਰਨੇ ਦੇ ਵਿੱਚ ਆ ਕੇ ਬੈਠੇ ਨਹੀਂ। ਇਹਦਾ ਮਤਲਬ ਅਰਵਿੰਦ ਕੇਜਰੀਵਾਲ ਵੀ ਜਿਹੜਾ ਨਾਟਕ ਕਰਨ ਅੱਜ ਆਇਆ। ਦੂਜੇ ਪਾਸੇ ਆਪਾਂ ਜਿਹੜੀ ਗੱਲ ਕਰੀਏ ਆਪਾਂ ਅਕਾਲੀ ਦਲ ਦੀ, ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਉੱਥੇ ਪਹੁੰਚੇ ਜ਼ਰੂਰ, ਜਿੱਥੇ ਉਹ ਨੌਜਵਾਨ ਚੜਿਆ ਹੋਇਆ ਸੀ। ਉੱਥੇ ਉਹਨਾਂ ਨੇ ਉਹਨੂੰ ਉਤਾਰਨ ਦੇ ਲਈ ਫੋਨ ਤੇ ਮਾੜੀ ਜੀ ਨਾਟਕੀ ਢੰਗ ਦੇ ਨਾਲ ਗੱਲ ਕੀਤੀ। ਜਦੋਂ ਕੈਮਰੇ ਕੂਮਰੇ ਤੇ ਉਹਨਾਂ ਨੂੰ ਪਤਾ ਲੱਗ ਗਿਆ, ਵੱਖ-ਵੱਖ ਚੈਨਲਾਂ ਤੇ ਵੀਡੀਓ ਚੱਲ ਪਈਆਂ, ਉਹਨੂੰ ਉਵੇਂ ਹੀ ਉੱਤੇ ਚੜੇ ਨੂੰ ਛੱਡ ਕੇ ਚਲੇ ਗਏ ਚਰਨਜੀਤ ਸਿੰਘ ਚੰਨੀ ਦੇ ਘਰ ਵੱਲ ਨੂੰ ਗ੍ਰਿਫਤਾਰੀਆਂ ਦੇਣ ਦੇ ਲਈ, ਨਾਟਕ ਕਰਨ ਦੇ ਲਈ ਕਿ ਭਾਈ ਸਾਨੂੰ ਇਹ ਫੜਨ ਨੂੰ ਫਿਰਦੇ, ਅਸੀਂ ਆਪ ਹੀ ਗ੍ਰਿਫਤਾਰੀਆਂ ਦੇਣ ਲੱਗਿਆ। ਯਾਨੀ ਕਿ ਉਹ ਜਿਹੜਾ ਉੱਤੇ ਬੰਦਾ ਚੜਿਆ ਹੋਇਆ ਉਹਦੀ ਕੋਈ ਵੈਲਿਊ ਨਹੀਂ ਉਹਦੇ ਜਾਣ ਦੀ, ਉਹਨਾਂ ਨੇ ਆਪਦਾ ਨਾਟਕ ਕਰਨਾ ਜਾ ਕੇ ਉੱਥੇ ਗ੍ਰਿਫਤਾਰੀਆਂ ਦੇਣੀਆਂ। ਔਰ ਡਾਕਟਰ ਸਾਹਿਬ ਜਿਹੜੀ ਆਪਾਂ ਗੱਲ ਪ੍ਰੋਗਰਾਮ ਤੋਂ ਪਹਿਲਾਂ ਵੀ ਕਰਦੇ ਸੀ, ਜੇ ਸੁਖਬੀਰ ਸਿੰਘ ਬਾਦਲ ਇੰਨੀ ਸੰਪत्ति ਦੇ ਮਾਲਕ ਨੇ, ਬਿਕਰਮ ਸਿੰਘ ਮਜੀਠੀਆ ਇੰਨੀ ਸੰਪत्ति ਦੇ ਮਾਲਕ ਨੇ, ਜੇ ਉਹ ਗਰੀਬ ਵਿਚਾਰਾ ਅਧਿਆਪਕ ਜਿਸ ਤਰੀਕੇ ਦੇ ਨਾਲ ਉੱਤੇ ਖੜਾ ਰੋ ਰਿਹਾ ਸੀ, ਉਹਨੂੰ ਕਹਿ ਦਿੰਦੇ ਕਿ ਆ ਜਾ ਭਾਈ ਤੂੰ ਥੱਲੇ ਆ ਜਾ, 20-50 ਹਜ਼ਾਰ ਸਾਡੇ ਤੋਂ ਲੈ ਲਈ, ਲੱਖ ਸਾਡੇ ਤੋਂ ਲੈ ਲਈ, ਜਿਹੜੀ ਤੇਰੀ ਜ਼ਰੂਰਤ ਆ ਕੋਈ ਨਹੀਂ, ਉਦੋਂ ਬਾਅਦ 'ਚੋਂ ਤੇਰਾ ਮਸਲਾ ਹੱਲ ਕਰਾ ਦਿਆਂਗੇ, ਕੇਰਾਂ ਤੂੰ ਜਾਣ ਵਾਲੀ ਬਾਜੀ ਨਾਲ ਆ। ਤੇ ਇਹ ਤਾਂ ਸੀਗਾ ਕਿਰਦਾਰ ਹੁਣ ਆਪਾਂ ਦੱਸਿਆ ਅਕਾਲੀ ਦਲ ਤੇ ਕੇਜਰੀਵਾਲ ਦਾ। ਦੂਜੇ ਪਾਸੇ ਡਾਕਟਰ ਸਾਹਿਬ ਪੰਜਾਬ ਦੇ ਸਿੱਖਿਆ ਮੰਤਰੀ ਆਪਣੇ ਇਲਾਕੇ ਦੇ ਵਿੱਚ ਜਾ ਕੇ ਉਦਘਾਟਨ ਕਰਦੇ ਫਿਰਦੇ ਆ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ STF ਦੇ ਮਾਮਲੇ ਤੇ ਅੰਮ੍ਰਿਤਸਰ ਦੇ ਵਿੱਚ ਬੋਲਦੇ ਫਿਰਦੇ ਆ, ਤੇ ਉਧਰ ਚਰਨਜੀਤ ਸਿੰਘ ਚੰਨੀ ਜਿਹੜੇ ਆ ਉਹ ਬਰਨਾਲੇ ਦੇ ਵਿੱਚ ਆਪਣੇ ਪ੍ਰੋਗਰਾਮ ਕਰਦੇ ਫਿਰਦੇ ਆ, ਯਾਨੀ ਕਿ ਚੋਣਾਂ ਦੇ ਪ੍ਰੋਗਰਾਮ ਸਾਰੇ ਕਰਦੇ ਫਿਰਦੇ ਆ। ਤੇ ਚਰਨਜੀਤ ਸਿੰਘ ਚੰਨੀ ਨੇ ਤਾਂ ਡਾਕਟਰ ਸਾਹਿਬ ਇੱਥੋਂ ਤੱਕ ਵੀ ਕਹਿਤਾ, ਕਹਿੰਦਾ ਕਿ ਜਿਹੜਾ ਟੈਂਕੀਆਂ ਤੇ ਚੜੇ ਹੋਏ ਲੋਕ ਨੇ ਤੇ ਜਿਹੜੇ ਪ੍ਰਦਰਸ਼ਨ ਕਰ ਰਹੇ ਨੇ, ਨੌਕਰੀ ਨਹੀਂ ਮਿਲਣੀ, ਉਹਨਾਂ ਨੂੰ ਪਰਚੇ ਮਿਲਣੇ ਆ। ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਇਸ ਮੌਕੇ ਜਿਹੜੇ ਲੋਕਾਂ ਦੇ ਮਸਲੇ ਹੱਲ ਕੀਤੇ ਜਾਣੇ ਚਾਹੀਦੇ ਸੀ, ਪਰ 2-4 ਮੁੱਦਿਆਂ ਦੇ ਉੱਪਰ ਸਿਆਸਤ ਕਰਕੇ, 2-4 ਮੁੱਦਿਆਂ ਦੇ ਉੱਪਰ ਨਾਟਕ ਕਰਕੇ ਬਾਕੀ ਮੁੱਦੇ ਬੌਣੇ ਕੀਤੇ ਜਾ ਰਹੇ ਆ? ਸੁਵਿੰਦਰ, ਤੁਸੀਂ ਬਹੁਤ ਸਾਰੀਆਂ ਗੱਲਾਂ ਇੱਕੋ ਵੇਲੇ ਰੇਜ਼ ਕਰਤੀਆਂ, ਮੈਂ ਆਪਣੇ ਤਰੀਕੇ ਨਾਲ ਜਵਾਬ ਦਊਂਗਾ। ਪਹਿਲੀ ਗੱਲ, ਇਹ ਆਮ ਤੌਰ ਤੇ ਹੁੰਦਾ ਹੈ ਔਰ ਮੰਦਭਾਗੀ ਗੱਲ ਹੈ ਕਿ ਵਿਰੋਧੀ ਪਾਰਟੀਆਂ ਲੋਕਾਂ ਦੀ ਨਾਰਾਜ਼ਗੀ ਨੂੰ ਆਪਣੇ ਰਾਜਨੀਤਿਕ ਮਤੋਰਥਾਂ ਲਈ ਯੂਜ਼ ਕਰਦੀਆਂ ਨੇ, ਜਿਵੇਂ ਕਿ ਪੰਜਾਬ ਵਿੱਚ ਹੋ ਰਿਹਾ ਹੈ। ਜੇ ਗੱਲ ਕਰੀਏ ਪੰਜਾਬ ਦੀ ਐਜੂਕੇਸ਼ਨ, ਵਿੱਦਿਆ ਦਾ ਸੰਕਟ, ਫਿਰ ਉਸ ਵਿੱਦਿਆ ਦੇ ਸੰਕਟ ਦੇ ਉਤਪੰਨ ਹੋਣ ਵਿੱਚ ਅਕਾਲੀ ਦਲ ਦੀਆਂ ਸਰਕਾਰਾਂ ਉਨੀਆਂ ਹੀ ਜ਼ਿੰਮੇਵਾਰ ਨੇ ਜਿੰਨੀਆਂ ਕਾਂਗਰਸ ਦੀਆਂ ਸਰਕਾਰਾਂ ਜ਼ਿੰਮੇਵਾਰ ਨੇ। ਇਸ ਕਰਕੇ ਇਹ ਨੌਬਤ ਕਿੱਥੋਂ ਪੈਦਾ ਹੋਈ ਕਿ ਇੱਕ ਅਧਿਆਪਕ ਜਿਹੜਾ ਕਹਿੰਦਾ ਮੇਰੀ ਤਨਖਾਹ 65,000 ਸੀਗੀ ਹੁਣ 25,000 ਕਰ ਦਿੱਤੀ ਗਈ। ਇਹ ਜਿਹੜੀ ਇਹ ਸੋਚ ਸੀਗੀ ਵੱਜਵੀਂ ਤਨਖਾਹ ਵਾਲੀ, ਉਸ ਸੋਚ ਦਾ ਅਕਾਲੀ ਦਲ BJP ਦੀਆਂ ਸਰਕਾਰਾਂ ਵੀ ਹਿੱਸਾ ਰਹੀਆਂ ਨੇ। ਸੋ ਇਸ ਕਰਕੇ ਉਹ ਉਨੇ ਹੀ ਜ਼ਿੰਮੇਵਾਰ ਨੇ। ਰਹੀ ਗੱਲ ਕੇਜਰੀਵਾਲ ਦੀ, ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਨਹੀਂ ਰਹੀ, ਇਸ ਕਰਕੇ ਆਮ ਆਦਮੀ ਪਾਰਟੀ ਇਹ ਕਹਿ ਸਕਦੀ ਹੈ ਕਿ ਅਸੀਂ ਜੇ ਪੰਜਾਬ ਵਿੱਚ ਪਾਵਰ 'ਚ ਆਉਂਦੇ ਹਾਂ, ਅਸੀਂ ਇੱਕ ਅਲੱਗ ਕਿਸਮ ਦੀ ਸਿੱਖਿਆ ਨੀਤੀ ਲੈ ਕੇ ਆਵਾਂਗੇ। ਪਰ ਜਿੱਥੋਂ ਤੱਕ ਅਕਾਲੀ ਦਲ BJP ਦੀਆਂ ਸਰਕਾਰਾਂ ਦਾ ਸੰਬੰਧ ਹੈ, ਕਾਂਗਰਸ ਦਾ ਸੰਬੰਧ ਹੈ, ਉਹ ਬਰਾਬਰ ਦੀਆਂ ਜ਼ਿੰਮੇਵਾਰ ਨੇ ਇਸ ਕਿਸਮ ਦੀ ਸਿੱਖਿਆ ਨੀਤੀ, ਜਿਹੜੀ ਨੀਤੀ ਵਿੱਚੋਂ ਇਸ ਕਿਸਮ ਦਾ ਸੰਕਟ ਪੈਦਾ ਹੋਇਆ। ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਪ੍ਰਗਟ ਸਿੰਘ ਕਿੱਥੇ ਭਾਸ਼ਣ ਦੇ ਰਹੇ ਨੇ, ਮੁੱਖ ਮੰਤਰੀ ਕਿੱਥੇ ਭਾਸ਼ਣ ਦੇ ਰਹੇ ਨੇ, ਇਹ ਰਾਜਨੀਤਿਕ ਪਾਰਟੀਆਂ ਨੂੰ ਰਾਜਨੀਤਿਕ ਮਨੋਰਥ ਬਹੁਤ ਪਿਆਰੇ ਹੁੰਦੇ ਨੇ, ਇਸ ਕਰਕੇ ਇਹ ਕੋਈ ਮਤਲਬ ਇਹ ਇਦਾਂ ਹੀ ਹੁੰਦਾ। ਪਰ ਮੈਂ ਇਹ ਜ਼ਰੂਰ ਕਹਾਂਗਾ, ਜਿਵੇਂ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਬਣਨ ਬਾਅਦ ਇੱਕ ਸਟੇਟਮੈਂਟ ਦਿੱਤੀ ਸੀ ਕਿ ਜਿੰਨੇ ਲੋਕ ਧਰਨਿਆਂ ਤੇ ਬੈਠੇ ਨੇ, ਸੜਕਾਂ ਤੇ ਬੈਠੇ ਨੇ, ਉਹ ਵਾਪਸ ਆ ਜਾਣ, ਸਭ ਦੀਆਂ ਸਮੱਸਿਆਵਾਂ ਹੱਲ ਹੋਣਗੀਆਂ। ਬਣਦਾ ਇਹ ਸੀ ਕਿ ਸਿੱਖਿਆ ਦਾ ਮਹਿਕਮਾ ਜਿਹੜਾ, ਉਹ ਸਿੱਖਿਆ ਵਾਲੇ ਜਿਹੜੇ ਅਧਿਆਪਕ ਨੇ ਉਹਨਾਂ ਦੀਆਂ ਗੱਲਾਂ ਸੁਣ ਕੇ ਕੋਈ ਨੀਤੀ ਬਣਾਉਂਦੇ। ਇੱਦਾਂ ਹੀ ਜਿਹੜੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਨੇ ਜਿਨ੍ਹਾਂ ਨੂੰ ਅਜੇ ਤੱਕ ਗ੍ਰੇਡ ਨਹੀਂ ਦਿੱਤਾ ਗਿਆ, ਜਿਨ੍ਹਾਂ ਨੇ ਕੋਈ ਧਰਨਾ ਇਸ ਕਿਸਮ ਦਾ ਨਹੀਂ ਕੀਤਾ ਜਿਹੜਾ ਸਰਕਾਰ ਲਈ ਐਂਬੈਰਸਮੈਂਟ ਬਣ ਸਕੇ, ਉਹ ਵੀ ਬੈਠੇ ਨੇ। ਸੋ ਹਰ ਵਰਗ ਦੀ ਗੱਲ ਸੁਣ ਕੇ ਸਰਕਾਰ ਨੂੰ ਇੱਕ ਨੀਤੀ ਬਣਾਉਣੀ ਚਾਹੀਦੀ ਸੀ ਕਿ ਆ ਅਸੀਂ ਕਰ ਸਕਦੇ ਹਾਂ, ਆ ਅਸੀਂ ਕਰਾਂਗੇ, ਆ ਅਸੀਂ ਨਹੀਂ ਕਰ ਸਕਦੇ, ਆ ਅਸੀਂ ਨਹੀਂ ਕਰਾਂਗੇ। ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਗੱਲ ਦੱਸਾਂ, ਇਹ ਜਿਹੜੇ ਲੋਕ ਬੜੇ ਲੰਮੇ ਸਮੇਂ ਤੋਂ ਕੱਚੀਆਂ ਨੌਕਰੀਆਂ ਤੇ ਕੰਮ ਕਰ ਰਹੇ ਨੇ, ਉਹ ਕਹਿੰਦੇ ਸਾਨੂੰ ਪੱਕੇ ਕਰੋ। ਜਿਹੜੀ A ਤੇ B ਕਲਾਸ ਦੀਆਂ ਪੋਸਟਾਂ ਨੇ, ਉਹਨਾਂ ਨੂੰ ਪ੍ਰੋਪਰ ਪ੍ਰੋਸੀਜਰ ਫੋਲੋ ਕੀਤੇ ਬਿਨਾਂ ਤੁਸੀਂ ਪੱਕੇ ਨਹੀਂ ਕਰ ਸਕਦੇ। ਸੁਪਰੀਮ ਕੋਰਟ ਦੀ ਇੱਕ ਜੱਜਮੈਂਟ ਤੋਂ ਮੈਂ ਵਾਕਿਫ ਹਾਂ, ਜਿਹੜੀ ਜੱਜਮੈਂਟ ਇਹ ਅਲਾਉ ਹੀ ਨਹੀਂ ਕਰਦੀ
ਕਿ ਤੁਸੀਂ ਕਿਸੇ ਵਿਅਕਤੀ ਨੂੰ ਤੁਹਾਨੂੰ ਪ੍ਰੋਪਰ ਇੰਟਰਵਿਊ ਕਰਕੇ ਪ੍ਰੋਪਰ ਪ੍ਰੋਸੀਜਰ ਫੋਲੋ ਕਰਕੇ ਹੀ ਪੱਕਾ ਕਰਨਾ ਹੋਏਗਾ। ਸੋ ਜੇ ਕਿਸੇ ਸਰਕਾਰ ਨੇ ਉਹਨਾਂ ਨੂੰ ਬਿਨਾਂ ਪ੍ਰੋਸੀਜਰ ਫੋਲੋ ਕੀਤੇ ਪੱਕੇ ਕਰਨ ਦਾ ਵਾਅਦਾ ਕੀਤਾ, ਉਹ ਕਾਨੂੰਨੀ ਤੌਰ ਤੇ ਵਾਇਬਲ ਨਹੀਂ ਹੈਗਾ। ਸੋ ਸਰਕਾਰਾਂ ਇਸ ਕਿਸਮ ਦੀਆਂ ਪਾਰਟੀਆਂ, ਸਰਕਾਰਾਂ ਇਸ ਕਿਸਮ ਦੇ ਵਾਅਦੇ ਕਰਦੀਆਂ ਨੇ ਜਿਹੜੇ ਵਾਅਦੇ ਕਾਨੂੰਨ ਦੇ ਮੁਤਾਬਕ ਪੂਰੇ ਨਹੀਂ ਹੋ ਸਕਦੇ ਹੈ ਜੀ। ਸੋ ਬਣਦਾ ਇਹ ਸੀ ਕਿ ਨੀਤੀ ਬਣਾ ਕੇ ਕਹਿੰਦੇ ਕਿ ਇਸ ਗੱਲ ਆ ਅਸੀਂ ਕਰਾਂਗੇ, ਆ ਅਸੀਂ ਨਹੀਂ ਕਰਾਂਗੇ, ਆ ਗੱਲ ਕਾਨੂੰਨੀ ਤੌਰ ਤੇ ਵਾਇਬਲ ਹੈ, ਆ ਗੱਲ ਕਾਨੂੰਨੀ ਤੌਰ ਤੇ ਵਾਇਬਲ ਨਹੀਂ ਹੈਗੀ। ਅਸੀਂ ਇੰਨੇ ਵਿਅਕਤੀਆਂ ਨੂੰ ਹੁਣ ਇੱਕ ਕੈਟੇਗਰੀ ਉਹਨਾਂ ਟੀਚਰਾਂ ਦੀ ਵੀ ਹੈਗੀ ਹੈ ਜਿਹੜੇ ਕਹਿੰਦੇ ਨੇ ਤੁਸੀਂ ਪੋਸਟਾਂ ਨਹੀਂ ਕੱਢਦੇ, ਪੋਸਟਾਂ ਖਾਲੀ ਪਈਆਂ ਨੇ, ਉਹ ਇੱਕ ਆਪਣੀ ਕਿਸਮ ਦੀ ਸਮੱਸਿਆ ਹੈਗੀ ਆ। ਇੱਕ ਉਹ ਨੇ ਜਿਹੜੇ ਕੱਚੇ ਤੌਰ ਤੇ ਕੰਮ ਕਰਦੇ ਕਿ ਸਾਨੂੰ ਪੱਕੇ ਕਰੋ। ਇੱਕ ਉਹ ਨੇ ਜਿਹੜੇ ਕਹਿੰਦੇ ਸਾਨੂੰ ਪੂਰੀ ਤਨਖਾਹ ਨਹੀਂ ਮਿਲ ਰਹੀ। ਸੋ ਜਿਹੜਾ ਇਹ ਸੰਕਟ ਹੈ ਨਾ, ਇਹਦੇ 'ਚ ਬੜੀਆਂ ਗੱਲਾਂ ਸ਼ਾਮਲ ਨੇ। ਹਰ ਗੱਲ ਦਾ ਅਧਿਐਨ ਕਰਕੇ ਇੱਕ ਠੋਸ ਫੈਸਲਾ ਸਰਕਾਰ ਨੂੰ ਲੈਣਾ ਚਾਹੀਦਾ ਸੀ। ਠੋਸ ਫੈਸਲੇ ਦਾ ਮਤਲਬ ਕਿ ਸਰਕਾਰ ਦੀ ਨੀਤੀ ਕੀ ਹੈ, ਪਾਲਿਸੀ ਕੀ ਹੈ, ਸਰਕਾਰ ਅੱਗੇ ਤੋਂ ਕੀ ਕਰਨਾ ਚਾਹੁੰਦੀ ਹੈ। ਪਰ ਡਾਕਟਰ ਸਾਹਿਬ ਇਹ ਗੱਲਾਂ ਦੱਸਣ ਦੀ ਬਜਾਏ, ਇਹ ਗੱਲਾਂ ਕਰਨ ਦੀ ਬਜਾਏ ਸਿੱਧੂ ਸਾਹਿਬ ਤੇ ਚਰਨਜੀਤ ਸਿੰਘ ਚੰਨੀ ਆਪਸ ਦੇ ਵਿੱਚ ਮੁੱਦਿਆਂ ਨੂੰ ਲੈ ਕੇ, ਕੁਝ ਕੁ ਮੁੱਦਿਆਂ ਨੂੰ ਲੈ ਕੇ ਜਿਹੜੇ ਆਪਸ ਦੇ ਵਿੱਚ ਲੜੀ ਜਾਂਦੇ ਆ, ਉਹ ਦੋਨੇ ਰਲ ਕੇ ਅੱਗੋਂ ਫਿਰ ਮਜੀਠੀਏ ਤੇ ਸੁਖਬੀਰ ਨਾਲ ਰਲੀ ਜਾਂਦੇ ਆ। ਅੱਗੋਂ ਫਿਰ ਸੁਖਬੀਰ ਤੇ ਮਜੀਠੀਆ ਕੇਜਰੀਵਾਲ ਤੇ ਭਗਵੰਤ ਮਾਨ ਨਾਲ ਲੜੀ ਜਾਂਦੇ ਆ। ਅੱਗੋਂ ਫਿਰ ਭਗਵੰਤ ਮਾਨ ਤੇ ਕੇਜਰੀਵਾਲ ਆਪਸ ਦੇ ਵਿੱਚ ਮੁੱਖ ਮੰਤਰੀ ਨੂੰ ਲੈ ਕੇ ਲੜੀ ਜਾਂਦੇ ਆ। ਮਤਲਬ ਲੋਕਾਂ ਦੇ ਬਾਰੇ ਤਾਂ ਕੋਈ ਸੋਚ ਹੀ ਨਹੀਂ ਰਿਹਾ। ਇਹ ਸਾਰੇ ਜਣੇ ਆਪਸ ਦੇ ਵਿੱਚ ਉਲਝ ਉਲਝੀ ਕੁਰਸੀਆਂ ਦੀ ਗੱਲ ਸਾਰੇ ਪਾਸੇ ਚੱਲੀ ਜਾਂਦੀ ਆ, ਤੇ ਜਾਂ ਫਿਰ ਜਿਤਾਉਣ ਦੀ ਗੱਲ ਚੱਲੀ ਜਾਂਦੀ ਆ। ਲੋਕਾਂ ਦੇ ਮਸਲਿਆਂ ਦੀ ਤਾਂ ਹੱਲ ਕਿਤੇ ਚੱਲ ਹੀ ਨਹੀਂ ਰਹੀ ਗੱਲ। ਇਹਦਾ ਸਿਰਫ ਇਹਨਾਂ ਨੂੰ ਆਏ ਆ ਵੀ ਹੁਣ ਜਿਹੜਾ ਮਹੀਨੇ 2 ਮਹੀਨੇ ਹੈਗੇ ਆ, ਵਾਅਦੇ ਬੂਦੇ ਜੇ ਕਰਕੇ ਲੋਲੀਪੌਪ ਵਗੈਰਾ ਦੇ ਕੇ ਇੱਕ ਵਾਰੀ ਲੋਕਾਂ ਤੋਂ ਕੁਰਸੀ ਹਥਿਆ ਲਈਏ, ਫਿਰ ਦੇਖਾਂਗੇ ਉਦੋਂ ਬਾਅਦ ਚੋਂ ਕੀ ਕਰਨਾ। ਨਹੀਂ, ਪੰਜਾਬ ਦਾ ਜਦੋਂ ਤੋਂ 66 ਤੋਂ ਬਾਅਦ ਪੰਜਾਬ ਬਣਿਆ, ਜਾਂ ਅਕਾਲੀ ਦਲ ਬੀਜੇਪੀ ਦੀ ਸਰਕਾਰ ਜਾਂ ਕਾਂਗਰਸ ਦੀ ਸਰਕਾਰ, ਸੋ ਦੋਨੋਂ ਪਾਰਟੀਆਂ ਦੀਆਂ ਸਰਕਾਰਾਂ ਆਪਣਾ ਕਦੇ ਉਹ ਆ ਗਈ, ਕਦੇ ਇਹ ਆ ਗਈ, ਕਦੇ ਬੀ ਆ ਗਈ, ਚੱਲਦਾ ਰਹਿੰਦਾ। ਸੋ ਇਸ ਕਿਸਮ ਦੀ ਰਾਜਨੀਤੀ ਕਰਕੇ ਅਕਾਲੀ ਦਲ ਬੀਜੇਪੀ ਵੀ ਪਾਵਰ 'ਚ ਆਉਂਦੀ ਰਹੀ, ਇਸ ਕਿਸਮ ਦੀ ਰਾਜਨੀਤੀ ਕਰਕੇ ਕਾਂਗਰਸ ਵੀ ਪਾਵਰ 'ਚ ਆਉਂਦੀ ਰਹੀ। ਇਸ ਕਰਕੇ ਇਹਨਾਂ ਦਾ ਰਾਜਨੀਤਿਕ ਮਨੋਰਥ ਪੂਰੇ ਹੁੰਦੇ ਰਹੇ। ਇਹਨਾਂ ਨੂੰ ਵੱਡੀਆਂ ਗੱਲਾਂ ਕਰਨ ਦੀ ਲੋੜ ਨਹੀਂ ਪਈ। ਪਰ ਹੁਣ ਮੈਂ ਤੁਹਾਨੂੰ ਦੱਸਾਂ ਜੋ ਮੇਰੀ ਸਮਝ ਹੈਗੀ ਹੈ। ਮੈਂ ਇੱਕ ਦਿਨ ਜੋਗਿੰਦਰ ਸਿੰਘ ਅਗਰਾਹਾਂ ਨੂੰ ਸੁਣ ਰਿਹਾ ਸੀ, ਜਿੱਦਣ ਭਾਰਤ ਦੇ ਪ੍ਰਧਾਨ ਮੰਤਰੀ ਨੇ ਅਨਾਉਂਸ ਕਰਤਾ ਕਿ ਅਸੀਂ 3 ਖੇਤੀ ਕਾਨੂੰਨ ਵਾਪਸ ਲਵਾਂਗੇ, ਤੇ ਉਹਨੂੰ ਜੋਗਿੰਦਰ ਸਿੰਘ ਅਗਰਾਹਾਂ ਨੂੰ ਪੁੱਛਿਆ ਗਿਆ ਕਿ ਹੁਣ ਤੁਸੀਂ ਵਾਪਸ ਜਾਓਗੇ। ਉਹਨਾਂ ਨੇ ਕਿਹਾ ਕਿ ਨਹੀਂ, ਅਜੇ ਤੇ ਬੜੇ ਅਸੀਂ ਮਸਲੇ ਹੱਲ ਕਰਾਉਣੇ ਨੇ। ਬੜੀ ਕਮਾਲ ਦੀ ਗੱਲ ਇਹ ਆ, ਉਹਨਾਂ ਨੇ ਜਦੋਂ ਕਿਹਾ ਨਾ ਅਸੀਂ ਬੜੇ ਮਸਲੇ ਹੱਲ ਕਰਾਉਣੇ ਨੇ, ਉਹ ਸਿਰਫ ਖੇਤੀ ਦੀ ਗੱਲ ਨਹੀਂ ਸੀ ਕਰ ਰਹੇ। ਉਹ ਇਹ ਵੀ ਕਹਿ ਰਹੇ ਸੀ ਕਿ ਪੰਜਾਬ ਦੇ ਅਧਿਆਪਕ ਵਜਮੀਆਂ ਤਨਖਾਹਾਂ ਤੇ ਕੰਮ ਕਰ ਰਹੇ ਨੇ, ਕੱਚੀਆਂ ਨੌਕਰੀਆਂ ਤੇ ਕੰਮ ਕਰ ਰਹੇ ਨੇ, ਪੰਜਾਬ ਦੇ ਮੁਲਾਜ਼ਮ ਕੱਚੀਆਂ ਤਨਖਾਹਾਂ ਤੇ ਕੰਮ ਕਰ ਰਹੇ ਨੇ, ਉਹਨਾਂ ਨਾਲ ਬੇਇਨਸਾਫੀ ਹੋ ਰਹੀ ਹੈ। ਜਿੱਥੋਂ ਮੈਨੂੰ ਇਹ ਲੱਗਦਾ ਸੀ ਕਿ ਉਗਰਾਹਾਂ ਦੀ ਜਥੇਬੰਦੀ ਹੁਣ ਪੰਜਾਬ ਵਿੱਚ ਆ ਕੇ ਇਹ ਜਿਹੜੇ ਮੁਲਾਜ਼ਮ ਨੇ ਜਿਨ੍ਹਾਂ ਨਾਲ ਉਹਨਾਂ ਦੇ ਮੁਤਾਬਕ ਬੇਇਨਸਾਫੀ ਹੋਈ ਆ, ਉਹਨਾਂ ਦੇ ਮਸਲੇ ਚੁੱਕਣਗੇ। ਜੇ ਕੱਲ੍ਹ ਨੂੰ ਪੰਜਾਬ ਆਧਾਰਿਤ ਕਿਸਾਨਾਂ ਦੀਆਂ ਜਥੇਬੰਦੀਆਂ ਮੁਲਾਜ਼ਮਾਂ ਦੇ ਮਸਲੇ ਚੁੱਕ ਕੇ ਐਜੀਟੇਸ਼ਨ ਕਰ ਦੇਣ, ਸਰਕਾਰ ਲਈ ਬਹੁਤ ਵੱਡੀ ਸਮੱਸਿਆ ਪੈਦਾ ਹੋ ਜਾਏਗੀ, ਕਿਉਂਕਿ ਇਹਨਾਂ ਯੂਨੀਅਨ ਨਾਲ ਬਹੁਤ ਵੱਡੀ ਗਿਣਤੀ ਵਿੱਚ ਪੰਜਾਬ ਦੇ ਜਿਹੜੇ ਰੂਰਲ ਏਰੀਆ ਤੋਂ ਲੋਕ ਜੁੜ ਚੁੱਕੇ ਨੇ। ਨਾ ਸਿਰਫ ਕਿਸਾਨ ਬਲਕਿ ਮਜ਼ਦੂਰ, ਪੜ੍ਹੇ ਲਿਖੇ ਲੋਕ ਜੁੜ ਚੁੱਕੇ ਨੇ। ਇਸ ਕਰਕੇ ਇਹ ਸੰਕਟ ਬੜਾ ਗੰਭੀਰ ਆ। ਸਰਕਾਰ ਨੂੰ ਚਾਹੀਦਾ ਹੈ ਕਿ ਲੋਕਾਂ ਦਾ ਜਿਹੜਾ ਅਨਰੈਸਟ ਹੈ ਨਾ, ਲੋਕਾਂ ਦੀ ਜਿਹੜੀ ਨਾਰਾਜ਼ਗੀ ਹੈ, ਉਹਨੂੰ ਘੱਟ ਕੀਤਾ ਜਾਵੇ, ਉਹਨੂੰ ਖਤਮ ਕੀਤਾ ਜਾਵੇ। ਉਹਨੂੰ ਘੱਟ ਕਰਨ ਲਈ, ਖਤਮ ਕਰਨ ਲਈ ਇੱਕ ਬੜੀ ਕੰਪਰੀਹੈਂਸਿਵ ਸਰਵ ਵਿਆਪੀ ਔਰ ਲੌਂਗ ਟਰਮ ਪਾਲਿਸੀ ਬਣਾਉਣ ਦੀ ਲੋੜ ਹੈ। ਸ਼ਾਇਦ ਇਹਨਾਂ ਪਾਰਟੀਆਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੈਗਾ। ਉਹਨਾਂ ਨੂੰ ਇਹ ਲੱਗਦਾ ਹੈ ਕਿ ਕਿਸਾਨਾਂ ਦਾ ਸੰਘਰਸ਼ ਸਿਰਫ ਕਿਸਾਨੀ ਮੁੱਦਿਆਂ ਨੂੰ ਲੈ ਕੇ ਸੀਗਾ, ਹੁਣ ਕਿਸਾਨੀ ਸੰਘਰਸ਼ ਖਤਮ ਹੋ ਗਿਆ, ਇਹ ਲੋਕ ਆਪਣੇ ਘਰ ਬਹਿ ਜਾਣਗੇ। ਪੰਜਾਬ ਦੇ ਅੰਦਰ ਮੇਰੇ ਮੁਤਾਬਿਕ ਨਵਾਂ ਕਲਚਰ ਪੈਦਾ ਹੋਣ ਜਾ ਰਿਹਾ। ਉਹ ਹੈਗਾ ਕਿ ਪੰਜਾਬ ਦਾ ਕਿਸਾਨ, ਪੰਜਾਬ ਦਾ ਮਜ਼ਦੂਰ, ਪੰਜਾਬ ਦਾ ਪੜ੍ਹਿਆ ਲਿਖਿਆ ਵਰਗ ਜਿਹੜੀਆਂ ਪਾਲਿਸੀਜ਼ ਨੂੰ ਤੁਸੀਂ ਗੈਰ ਵਾਜਬ ਸਮਝਦੇ ਹੋ, ਅਨਜਸਟ ਸਮਝਦੇ ਹੋ, ਉਹਨਾਂ ਦੇ ਵਿਰੋਧ ਹੋਣ ਦੀ ਸੰਭਾਵਨਾ ਪਹਿਲਾਂ ਦੇ ਮੁਕਾਬਲੇ ਬਹੁਤ ਵੱਧ ਗਈ ਹੈ। ਇਸ ਕਰਕੇ ਸਮੇਂ ਦੀ ਸਰਕਾਰ ਜਿਹੜੀ ਮਰਜ਼ੀ ਹੋਵੇ, ਮੈਂ ਰਾਜਨੀਤੀ ਸ਼ਾਸਤਰ ਦਾ ਵਿਦਿਆਰਥੀ ਹੋਣ ਦੇ ਨਾਤੇ ਕਹਾਂਗਾ ਕਿ ਪਾਰਟੀਆਂ ਨੂੰ, ਸਰਕਾਰਾਂ ਨੂੰ ਵੱਡੇ ਮੁੱਦਿਆਂ ਤੇ ਇੱਕ ਆਪਸੀ ਸਹਿਮਤੀ ਬਣਾਉਣੀ ਚਾਹੀਦੀ ਹੈ ਕਿ ਪੰਜਾਬ ਵਰਗੇ ਸੂਬੇ ਵਿੱਚ ਜਿੱਥੇ ਸਾਲਾਂ ਬੱਧੀ ਸਕੂਲ
ਟੀਚਰ ਭਰਤੀ ਨਹੀਂ ਹੋਏ, ਸਾਲਾਂ ਬੱਧੀ ਵੱਜਵੀਂ ਤਨਖਾਹ ਤੇ ਲੋਕ ਕੰਮ ਕਰ ਰਹੇ ਨੇ। ਇਹਨਾਂ ਨੂੰ ਕਿੱਦਾਂ ਅਕੋਮੋਡੇਟ ਕਰਨਾ ਹੈ, ਇਹਨਾਂ ਨੂੰ ਕਿੱਦਾਂ ਪੈਸੀਫਾਈ ਕਰਨਾ ਹੈ, ਤੇ ਇਹਨਾਂ ਲਈ ਸਾਧਨ ਕਿੱਥੋਂ ਲੈ ਕੇ ਆਉਣੇ ਨੇ। ਇਹ ਬੜੀਆਂ ਜਟਿਲ ਭਿਅੰਕਰ ਸਮੱਸਿਆਵਾਂ ਨੇ ਪੰਜਾਬ ਦੀਆਂ। ਇਹਨਾਂ ਬਾਰੇ ਗੌਰ ਕਰਨ ਦੀ ਲੋੜ ਹੈ। ਹਾਂਜੀ, ਅਸੀਂ ਇਹ ਨਹੀਂ ਕਹਿ ਸਕਦੇ ਕਿ ਸਿਰਫ ਤੇ ਸਿਰਫ ਐਗਰੀਕਲਚਰ ਦਾ ਸੰਕਟ। ਵੈਸੇ ਤਾਂ ਸਾਡੇ ਕੋਲ ਐਗਰੀਕਲਚਰ ਦੇ ਸੰਕਟ ਨੂੰ ਵੀ ਹੱਲ ਕਰਨ ਲਈ ਪੰਜਾਬ ਕੋਲ ਸਾਧਨ ਨਹੀਂ ਹੈਗੇ। ਹੁਣ ਐਗਰੀਕਲਚਰ ਸੰਕਟ ਦੇ ਨਾਲ ਜਦੋਂ ਇਹ ਸੰਕਟ ਜੁੜ ਗਿਆ, ਜਿਵੇਂ ਕਦੇ ਕਦਾਈ ਮੈਂ ਨਵਜੋਤ ਸਿੰਘ ਸਿੱਧੂ ਨੂੰ ਕਹਿੰਦੇ ਸੁਣਿਆ ਕਿ ਪੰਜਾਬ ਵਿੱਚ ਸੋਸ਼ਲ ਅਨਰੈਸਟ ਪੈਦਾ ਹੋ ਜਾਏਗਾ, ਉਹ ਕੋਈ ਡਰਾਉਣ ਵਾਲੀ ਗੱਲ ਨਹੀਂ ਹੈਗੀ। ਉਸ ਗੱਲ ਦੀ ਸੰਭਾਵਨਾ ਬਿਲਕੁਲ ਬਣ ਜਾਂਦੀ ਹੈ। ਕਿਉਂ ਬਣ ਜਾਂਦੀ ਹੈ? ਜਦੋਂ ਐਡੀ ਵੱਡੀ ਗਿਣਤੀ ਵਿੱਚ ਲੋਕ ਇੰਨਾ ਲੰਮਾ ਸਮਾਂ ਕੱਚੀਆਂ ਨੌਕਰੀਆਂ, ਵੱਜਵੀਆਂ ਤਨਖਾਹਾਂ ਤੇ, ਤੁਸੀਂ ਇਹ ਦੇਖੋ, ਅਸੀਂ ਤਾਂ ਲੋਕ ਚੁੱਪ ਕਰਕੇ ਬੈਠੇ ਹਾਂ। 6 ਸਾਲ ਹੋ ਗਏ ਬਾਕੀ ਜਗ੍ਹਾ UGC ਦੇ ਗ੍ਰੇਡ ਦਿੱਤੀਆਂ ਜੀ, ਜਿਹਨੂੰ ਅਸੀਂ 7th ਪੇ ਕਮਿਸ਼ਨ ਕਹਿੰਦੇ ਹਾਂ। ਵੈਸੇ ਸਾਡਾ 6ਵਾਂ ਕਮਿਸ਼ਨ ਹੀ ਹੈ ਕਿਉਂਕਿ UGC ਦਾ 7th ਹੈਗਾ ਜੀ। 6 ਸਾਲਾਂ ਬਾਅਦ ਵੀ ਅਜੇ ਤੱਕ ਅਨਾਉਂਸ ਨਹੀਂ ਕੀਤੇ ਗਏ। ਕਮਾਲ ਦੀ ਗੱਲ ਇਹ ਹੈ, ਕੁਝ ਦਿਨ ਪਹਿਲਾਂ ਸਾਡੇ ਅਧਿਆਪਕ CM ਸਾਹਿਬ ਨੂੰ ਮਿਲੇ, ਉਹਨਾਂ ਨੂੰ 7th ਪੇ ਕਮਿਸ਼ਨ ਬਾਰੇ ਪਤਾ ਹੀ ਨਹੀਂ ਸੀਗਾ ਜੀ। ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜੇ ਸੂਬੇ ਦੀ ਜਿਹੜੇ ਯੂਨੀਵਰਸਿਟੀਆਂ ਦੇ ਅਧਿਆਪਕ ਪੜ੍ਹੇ ਲਿਖੇ, ਇੱਕ ਦਿਨ ਪ੍ਰਗਟ ਸਿੰਘ ਕਹਿ ਰਹੇ ਸੀਗੇ ਕਿ ਯੂਨੀਵਰਸਿਟੀਆਂ ਵਿੱਚ ਰੋਲ ਮਾਡਲ ਪੈਦਾ ਨਹੀਂ ਹੋ ਰਹੇ, ਜਾਣੀ ਉਹ ਅਧਿਆਪਕ ਜਿਨ੍ਹਾਂ ਨੂੰ ਅਸੀਂ ਰੋਲ ਮਾਡਲ ਮੰਨਦੇ ਹੋਏ ਪੈਦਾ ਕਿੱਥੋਂ ਹੋਣੇ ਨੇ, ਜਦੋਂ 20-21 ਸਾਲ ਤੋਂ ਯੂਨੀਵਰਸਿਟੀਆਂ ਵਿੱਚ ਭਰਤੀ ਨਹੀਂ ਹੋਈ ਤੇ ਭਰਤੀ ਹੋਣ ਤੋਂ ਬਾਅਦ ਪ੍ਰੋਫੈਸਰ ਪੈਦਾ ਹੀ ਨਹੀਂ ਹੋਏ। ਤੁਹਾਨੂੰ ਮੈਂ ਦੱਸਾਂ, ਪੰਜਾਬ ਦੇ ਅੰਦਰ ਗੁਰੂ ਸਾਹਿਬਾਨਾਂ ਦਾ ਜਿਹੜਾ ਇੱਕ, ਵੈਸੇ ਤਾਂ ਪੰਜਾਬ ਦੇ ਅੰਦਰ ਨਹੀਂ ਪੂਰੀ ਦੁਨੀਆ ਦੇ ਅੰਦਰ ਹੈ, ਕਿਰਤ ਕਰੋ ਦਾ ਜਿਹੜਾ ਸੰਦੇਸ਼ ਹੈ ਜਾਂ ਸਿਧਾਂਤ ਹੈ, ਉਹਨੂੰ ਛੱਡ ਕੇ ਜਿਹੜੀਆਂ ਇਹ ਵੱਖ-ਵੱਖ ਪਾਰਟੀਆਂ ਨੇ, ਇਹ ਤਾਂ ਸਿਰਫ ਛਿੱਲੜ ਦੇਣ ਵਾਲੇ ਪਾਸੇ ਨੂੰ ਤੁਰ ਪਈਆਂ ਨੇ, ਇਹ ਤਾਂ ਭੀਖ ਦੇਣ ਵਾਲੇ ਪਾਸੇ ਨੂੰ ਤੁਰ ਪਈਆਂ ਨੇ, ਇਹ ਤਾਂ 1000-2000 ਦੇ ਵਾਅਦੇ ਕਰਨ ਵਾਲੇ ਪਾਸੇ ਨੂੰ ਤੁਰ ਪਈਆਂ ਨੇ, ਬਜਾਏ ਇਸ ਦੇ ਕਿ ਕਿਰਤ ਕਰੋ ਦੇ ਸਿਧਾਂਤ ਨੂੰ ਲੈ ਕੇ ਚੱਲਦੇ, ਰੁਜ਼ਗਾਰ ਦਿੰਦੇ, ਇਹਨਾਂ ਚੀਜ਼ਾਂ ਦੀ ਉਹਨਾਂ ਨੂੰ ਜ਼ਰੂਰਤ ਹੀ ਨਾ ਪੈਂਦੀ। ਨਹੀਂ, ਮੈਂ ਇਕੱਲੇ ਅਧਿਆਪਕਾਂ ਦੀ ਗੱਲ ਨਹੀਂ ਸੀ ਕਰ ਰਿਹਾ, ਮੈਂ ਤੇ ਹਰ ਵਰਗ ਦੀ ਗੱਲ ਕਰ ਰਿਹਾ। ਜਿੰਨੀ ਦੇਰ ਤੱਕ ਚਾਹੇ ਉਹ ਬੱਸ ਦਾ ਡਰਾਈਵਰ ਹੋਵੇ, ਚਾਹੇ ਹਸਪਤਾਲ ਦਾ ਡਾਕਟਰ ਹੋਵੇ, ਚਾਹੇ ਸਕੂਲ ਦਾ ਟੀਚਰ ਹੋਵੇ, ਚਾਹੇ ਯੂਨੀਵਰਸਿਟੀ ਦਾ ਪ੍ਰੋਫੈਸਰ ਹੋਵੇ, ਜਿੰਨੀ ਦੇਰ ਤੱਕ ਉਹਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਨਹੀਂ ਹੋਣਗੀਆਂ, ਉਹ ਆਪਣਾ ਕੰਮ ਡੈਡੀਕੇਸ਼ਨ ਨਾਲ ਕਰੇਗਾ ਨਹੀਂ ਕਰੇਗਾ। ਜਿਸ ਵਿਅਕਤੀ ਦੀਆਂ ਲੋੜਾਂ, ਪਰਿਵਾਰਕ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ, ਉਹ ਵਿਅਕਤੀ ਆਪਣੇ ਕੰਮ ਨਾਲ ਕਿੱਦਾਂ ਆਇਡੈਂਟੀਫਾਈ ਕਰੇਗਾ? ਉਹਨੂੰ ਆਪਣਾ ਪੰਜਾਬ ਕਿਉਂ ਲੱਗੇਗਾ? ਆਪਣਾ ਪੰਜਾਬ ਤੇ ਉਹਨਾਂ ਲੋਕਾਂ ਨੂੰ ਲੱਗੇਗਾ ਨਾ ਜਿਨ੍ਹਾਂ ਦੀਆਂ ਲੋੜਾਂ ਪੂਰੀਆਂ ਹੋ ਰਹੀਆਂ ਨੇ। ਜਿਹੜੀ ਰਾਜਨੀਤਿਕ ਜਮਾਤ ਪੰਜਾਬ ਵਿੱਚ ਰੂਲ ਕਰਦੀ ਹੈ, ਇਹਨਾਂ ਨੇ ਤੇ ਆਪਣੇ ਆਪ ਤੇ ਕੋਈ ਬੰਦਿਸ਼ ਨਹੀਂ ਲਾਈ। ਇਹਨਾਂ ਦੀਆਂ ਤੇ ਜਿਹੜੀਆਂ ਲੋੜਾਂ ਸਾਰੀਆਂ ਬਰਾਬਰ ਪੂਰੀਆਂ ਹੋ ਰਹੀਆਂ ਨੇ। ਤੁਸੀਂ ਇਹ ਦੇਖੋ ਕਿ ਪੰਜਾਬ ਆਰਥਿਕ ਸੰਕਟ ਵਿੱਚ ਡੁੱਬਿਆ ਹੋਵੇ ਤੇ ਪੰਜਾਬ ਦੀ ਜਿਹੜੀ ਪੋਲੀਟੀਕਲ ਜਮਾਤ ਹੈ ਉਹ 3-3, 4-4, 5-5 ਪੈਨਸ਼ਨਾਂ ਲੈਣ, ਤੇ ਜਿਹੜਾ ਉਹਨਾਂ ਦਾ ਇਨਕਮ ਟੈਕਸ ਹੈ ਉਹ ਵੀ ਸਰਕਾਰ ਦਿੰਦੀ ਹੋਵੇ। ਹਾਂਜੀ, ਇਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਈ ਪੈਨਸ਼ਨਾਂ ਦੀ ਲੋੜ ਪੈ ਗਈ। ਇਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਜਿਹੜਾ ਇਨਕਮ ਟੈਕਸ ਆ ਉਹ ਵੀ ਸਰਕਾਰ ਪੇ ਕਰੇ। ਜਿਹੜੇ ਸਾਡੇ ਵਰਗੇ ਆਮ ਵਿਅਕਤੀ ਨੇ, ਉਹਨਾਂ ਦੀਆਂ ਪਰਿਵਾਰਕ ਲੋੜਾਂ ਨਹੀਂ ਹੈਗੀਆਂ। ਉਹ ਬੱਸ ਡਰਾਈਵਰ ਦੀ ਲੋੜ ਨਹੀਂ ਹੈਗੀ, ਕਿ ਸਕੂਲ ਟੀਚਰ ਦੀ ਲੋੜ ਨਹੀਂ ਹੈਗੀ, ਕਿ ਕਾਲਜ ਦੇ ਅਧਿਆਪਕ ਦੀ ਲੋੜ ਨਹੀਂ ਹੈਗੀ, ਕਿ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਦੀ ਲੋੜ ਨਹੀਂ ਹੈਗੀ ਹੈ ਜੀ। ਸੋ ਇਹ ਜਿਹੜੀਆਂ ਦੋ ਜਮਾਤਾਂ ਸੂਬੇ ਦੇ ਅੰਦਰ ਪੈਦਾ ਹੋ ਗਈਆਂ, ਇੱਕ ਜਮਾਤ ਉਹ ਜਿਹਦੀ ਹਰ ਲੋੜ ਪੂਰੀ ਹੋਵੇ, ਦੂਜੀ ਜਮਾਤ ਉਹ ਜਿਹੜਾ ਹਰ ਆਰਥਿਕ ਸੰਕਟ ਦਾ ਸਾਹਮਣਾ। ਇੱਕ ਆਮ ਵਿਅਕਤੀ, ਜਦੋਂ ਸਰਕਾਰ ਕੋਲ ਸਾਧਨ ਘਟ ਗਏ, ਆਮ ਵਿਅਕਤੀ ਨੂੰ ਹਰ ਕਿਸਮ ਦੀ ਤੰਗੀ ਪੇਸ਼ੀ ਦਾ ਸਾਹਮਣਾ ਕਰਨਾ ਪਵੇ। ਜਿਹੜੀ ਜਮਾਤ ਰੂਲਿੰਗ ਕਲਾਸ ਹੈ ਉਹਨੂੰ ਕਿਸੇ ਕਿਸਮ ਦੀ ਤੰਗੀ ਪੇਸ਼ੀ ਦਾ। ਹੁਣ ਲੋਕ ਇਹਨਾਂ ਚੀਜ਼ਾਂ ਨੂੰ ਕਿੰਨੀ ਦੇਰ ਤੱਕ ਟੋਲਰੇਟ ਕਰਨਗੇ? ਇਸ ਕਰਕੇ ਮੈਂ ਜਿਹੜੀ ਉਸ ਗੱਲ ਨੂੰ ਵੇਟੇਜ ਦੇ ਰਿਹਾ ਕਿ ਸਮਾਜ ਅੰਦਰ ਜੇਕਰ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ, ਇਸ ਕਿਸਮ ਦੇ ਲੋਕ ਪੈਦਾ ਹੋ ਜਾਣ ਜਿਹੜੇ ਵੱਡੇ ਪੈਮਾਨੇ ਤੇ ਸਰਕਾਰ ਨਾਲ ਨਾਰਾਜ਼ ਨੇ, ਜਿਹਨੂੰ ਅਸੀਂ ਕਹਿੰਦੇ ਹਾਂ ਸੋਸ਼ਲ ਅਨਰੈਸਟ। ਸੋਸ਼ਲ ਅਨਰੈਸਟ ਸੂਬੇ ਲਈ ਕੋਈ ਬਹੁਤ ਚੰਗੀ ਚੀਜ਼ ਨਹੀਂ ਹੁੰਦੀ। ਪੰਜਾਬ ਦਾ ਸੂਬੇ ਵਿੱਚ ਸੋਸ਼ਲ ਅਨਰੈਸਟ ਬਹੁਤ ਵੱਡੇ ਪੈਮਾਨੇ ਤੇ ਹੈ। ਸਮੇਂ ਦੀ ਸਰਕਾਰ ਨੂੰ ਇਸ ਸੋਸ਼ਲ ਅਨਰੈਸਟ ਨੂੰ ਸਮਝਦੇ ਹੋਏ ਕੁਝ ਕਰਨ ਦੀ ਲੋੜ ਹੈ, ਪਾਲਿਸੀ ਬਣਾਉਣ ਦੀ ਲੋੜ ਹੈ। ਅਦਰਵਾਈਜ਼ ਇਹ ਹਾਲਾਤ ਸੂਬੇ ਦੇ ਕੋਈ ਵਧੀਆ ਸੰਕੇਤ ਨਹੀਂ ਜੇ ਰੱਖਦੇ। ਜਿਹੜੇ 2-4 ਮੁੱਦਿਆਂ ਤੇ ਸਿਆਸਤ ਡਾਕਟਰ ਸਾਹਿਬ ਘੁਮਾਈ ਜਾ ਰਹੀ ਹੈ, ਨੋ ਡਾਊਟ ਕਿ ਸਾਰੇ ਮੁੱਦੇ ਉਹ ਵੀ ਜਿਹੜੇ 2-4 ਮੁੱਦਿਆਂ ਤੇ ਸਿਆਸਤ
ਘਮਾਈ ਜਾ ਰਹੀ ਹੈ, ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਨੇ। ਅਸੀਂ ਕਹਿੰਦੇ ਹਾਂ ਕਿ ਬੇਅਦਬੀਆਂ ਦਾ ਮੁੱਦਾ ਬਹੁਤ ਜ਼ਿਆਦਾ ਜ਼ਰੂਰੀ ਹੈ, ਸਾਡੇ ਲਈ ਇੱਕ ਅਹਿਮ ਮੁੱਦਾ ਹੈਗਾ, ਸਾਰੀ ਉਹ ਮਾਨਵਤਾ ਦੇ ਨਾਲ ਜੁੜਿਆ ਹੋਇਆ ਮੁੱਦਾ। ਫਿਰ ਗੋਲੀ ਕਾਂਡ ਦਾ ਵੀ ਅਹਿਮ ਮੁੱਦਾ, ਮਾਫੀਆ ਦਾ ਵੀ ਅਹਿਮ ਮੁੱਦਾ ਹੈ, ਔਰ ਜਿਹੜਾ ਦੂਜਾ ਵੱਖ-ਵੱਖ ਹੋਰ ਜਿਹੜੇ ਮੁੱਦੇ ਨੇ ਉਹ ਸਾਰੇ ਅਹਿਮ ਮੁੱਦੇ ਨੇ, ਚਾਹੇ STF ਵਾਲਾ ਹੋਵੇ, ਨਸ਼ੇ ਵਾਲਾ ਹੋਵੇ। ਬਟ ਡਾਕਟਰ ਸਾਹਿਬ, ਬਜਾਏ ਇਸ ਦੇ ਕਿ ਇਹ 2-4 ਮਸਲਿਆਂ ਦੇ ਉੱਪਰ ਸਿਆਸਤ ਘੁਮਾਈ ਜਾਣੀ ਚਾਹੀਦੀ, ਇਹਦੇ ਵਿਚਕਾਰ ਜਿਵੇਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਦੂਜੇ ਮੁੱਦੇ ਬੌਣੇ ਨਾ ਹੋ ਜਾਣ, ਇਸ ਕਰਕੇ ਸਾਰੇ ਮੁੱਦੇ ਲੋਕਾਂ ਨੂੰ ਖੁਦ ਵੀ ਅਰੇਜ਼ ਕਰਨੇ ਚਾਹੀਦੇ ਆ। ਵੱਖ-ਵੱਖ ਲੀਡਰ ਜਦੋਂ ਆਉਂਦੇ ਆ ਉਹਨਾਂ ਤੋਂ ਸਵਾਲ ਪੁੱਛੇ ਜਾਣੇ ਚਾਹੀਦੇ ਆ, ਕਿਉਂਕਿ ਬਹੁਤ ਜ਼ਰੂਰੀ ਹੈ। ਕਿਉਂਕਿ ਜੇ ਆਹ 1-2 ਮਹੀਨੇ ਜੇ ਗਵਾ ਲਏ ਲੋਕਾਂ ਨੇ ਡਾਕਟਰ ਸਾਹਿਬ, ਫਿਰ ਵਿਹੜਾ ਹੱਥ ਨਹੀਂ ਆਉਣਾ, ਫਿਰ 5 ਸਾਲ ਪਛਤਾਉਂਦੇ ਹੀ ਰਹਿ ਜਾਣਗੇ। ਸੁਖਵਿੰਦਰ, ਦੇਖੋ ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਵਾਲਾ ਮਸਲਾ ਹੈ, ਜਾਂ ਜਿਹੜੀਆਂ ਗੋਲੀ ਸਿੱਖਾਂ ਤੇ ਜਿਹੜੀ ਗੋਲੀ ਦੀਆਂ ਚੱਲਣ ਦੀਆਂ ਘਟਨਾਵਾਂ ਨੇ, ਇਹ ਆਪਣੇ ਤਰੀਕੇ ਨਾਲ ਬੜੀਆਂ ਮਹੱਤਵਪੂਰਨ ਨੇ। ਪੰਜਾਬ ਦੇ ਲੋਕਾਂ ਦੀ ਆਸਥਾ ਦਾ ਸਵਾਲ ਹੈ, ਇਸ ਕਰਕੇ ਇਹਨਾਂ ਨੂੰ ਆਪਾਂ ਘੱਟ ਮਹੱਤਵਪੂਰਨ ਨਹੀਂ ਕਹਿ ਸਕਦੇ। ਇਸੇ ਤਰ੍ਹਾਂ ਜਿਹੜਾ ਸੱਚ ਡਰੱਗਸ ਨਾਲ ਅਜੇ ਤੱਕ ਬਾਹਰ ਨਹੀਂ ਆਇਆ, ਉਹ ਵੀ ਬਾਹਰ ਆਉਣਾ ਚਾਹੀਦਾ ਹੈ ਜੀ, ਤਾਂ ਕਿ ਵੱਡੇ ਮਗਰਮੱਛ ਆਇਡੈਂਟੀਫਾਈ ਹੋਣ, ਸੂਬੇ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਮਿਲੇ। ਇਹ ਸਾਰੇ ਸੱਚ ਨੇ, ਪਰ ਦੁਖਾਂਤ ਇਹ ਹੈ ਜੇ ਪੰਜਾਬ ਦੇ ਸੰਕਟ ਨੂੰ ਇਹਨਾਂ ਚੀਜ਼ਾਂ ਦਾ ਸਹਾਰਾ ਲੈ ਕੇ ਜਿਹੜਾ ਸੰਕਟ ਦੀ ਆਪਾਂ ਗੱਲ ਕਰ ਰਹੇ ਹਾਂ, ਉਸ ਸੰਕਟ ਤੋਂ ਸਾਨੂੰ ਬਿਲਕੁਲ ਮਤਲਬ ਪਰੇ ਰੱਖਿਆ ਜਾਵੇ, ਉਸ ਸੰਕਟ ਪ੍ਰਤੀ ਸਾਨੂੰ ਬਲਾਈਂਡ ਕਰ ਦਿੱਤਾ ਜਾਵੇ, ਉਹ ਗੱਲ ਬੜੀ ਮੰਦਭਾਗੀ ਹੋਏਗੀ ਔਰ ਉਸ ਗੱਲ ਦੇ ਸਿੱਟੇ ਚੰਗੇ ਨਹੀਂ ਜੇ ਨਿਕਲਣਗੇ, ਮਾੜੇ ਨਿਕਲਣਗੇ। ਸੋ ਇਹ ਗੱਲਾਂ ਜਿਹੜੀਆਂ ਤੁਸੀਂ ਗੱਲ ਕਰਦੇ ਹੋ, ਬੇਅਦਬੀ ਦਾ ਮਾਮਲਾ, ਗੋਲੀकांड ਦਾ ਮਾਮਲਾ, ਇਹ ਮਾਮਲੇ ਕਿਸੇ ਵੀ ਪਾਰਟੀ ਲਈ, ਕਿਸੇ ਵੀ ਸਰਕਾਰ ਲਈ ਇੱਕ ਬਹਾਨਾ ਨਹੀਂ ਹੋਣਾ ਚਾਹੀਦੇ, ਜਿਸ ਬਹਾਨੇ ਦੀ ਵਰਤੋਂ ਕਰਕੇ ਜਿਹੜੇ ਲੋਕਾਂ ਦੇ ਆਮ ਜੀਵਨ ਦੇ ਮਸਲੇ ਨੇ, ਹਰ ਵਰਗ ਦੇ ਮਸਲੇ ਨੇ, ਉਹਨਾਂ ਮਸਲਿਆਂ ਦਾ ਹੱਲ ਲੱਭਣ ਤੋਂ ਸਰਕਾਰ ਕਿਨਾਰਾ ਕਰ ਜਾਵੇ। ਇਹਨਾਂ ਚੀਜ਼ਾਂ ਦਾ ਸਹਾਰਾ ਲੈ ਕੇ ਇਹ ਗੱਲ ਬਹੁਤ ਮੰਦਭਾਗੀ ਹੋਏਗੀ। ਸੋ ਆਪਾਂ ਇਹ ਕਹਿ ਰਹੇ ਹਾਂ ਕਿ ਇਹ ਚੀਜ਼ਾਂ ਆਪਣੇ ਤਰੀਕੇ ਨਾਲ ਮਹੱਤਵਪੂਰਨ ਨੇ, ਪਰ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਦੇ ਮਸਲੇ ਨੇ, ਜਿਹੜੀਆਂ ਪਰਿਵਾਰਕ ਲੋੜਾਂ ਨੇ, ਜਿਹੜੀ ਡੀਸੈਂਟ ਲਿਵਿੰਗ ਲਈ ਜੋ ਤੁਹਾਨੂੰ ਸਾਧਨ ਚਾਹੀਦੇ ਨੇ, ਡੀਸੈਂਟ ਲਿਵਿੰਗ ਲਈ ਜੋ ਸਾਧਨ ਪੰਜਾਬ ਦੇ ਸੂਬੇ ਦੇ ਹਰ ਵਰਗ ਦੇ ਲੋਕਾਂ ਨੂੰ ਚਾਹੀਦੀਆਂ ਨੇ, ਉਹ ਚੀਜ਼ਾਂ ਮੁਹੱਈਆ ਕਰਵਾਉਣਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੁੰਦੀ ਹੈ। ਉਹਨਾਂ ਮੁੱਢਲੀਆਂ ਜ਼ਿੰਮੇਵਾਰੀਆਂ ਤੋਂ ਸਰਕਾਰਾਂ ਪਿਛਲੇ ਸਮੇਂ ਵਿੱਚ ਭੱਜੀਆਂ ਨੇ। ਵਿੱਦਿਆ ਇੱਕ ਬਹੁਤ ਵੱਡਾ ਉਦਾਹਰਨ ਹੈ, ਸਿਹਤ ਬਹੁਤ ਵੱਡਾ ਉਦਾਹਰਨ ਹੈ ਜੀ, ਕਿ ਤੁਸੀਂ ਵੱਜਵੀਂ ਤਨਖਾਹ ਤੇ ਲੋਕਾਂ ਨੂੰ ਲਾ ਕੇ ਜੀ, ਲੋਕਾਂ ਦਾ ਜਿਹੜਾ ਸਰਵਾਈਵ ਕਰਨ ਦਾ ਮਸਲਾ ਉਹਨੂੰ ਇਹ ਸੰਕਟ 'ਚ ਪਾਤਾ ਕਿ ਸਰਵਾਈਵ ਕਰਨਾ ਔਖਾ ਹੋ ਗਿਆ। ਸੋ ਇਹ ਜਿਹੜੀਆਂ ਚੀਜ਼ਾਂ ਨੇ। ਤੇ ਦੂਜੇ ਪਾਸੇ ਰੂਲਿੰਗ ਕਲਾਸ ਜਿਹੜੀ ਆ ਇਹ ਤਾਂ ਵੈਸੇ ਤੈਨੂੰ ਸੁਖਿੰਦਰ ਮੈਂ ਦੱਸਾਂ, ਮੈਂ ਸ਼ਬਦ ਯੂਜ਼ ਕੀਤਾ ਸੀ ਨਿਊ ਲਿਬਰਲ ਪਾਲਿਸੀ, ਨਵ ਉਦਾਰਵਾਦ। ਅੰਤਰਰਾਸ਼ਟਰੀ ਪੱਧਰ ਤੇ ਵੀ ਇਹ ਗੱਲ ਦੇਖੀ ਗਈ ਹੈ ਕਿ ਜਿਹੜੀ ਨਵ ਉਦਾਰਵਾਦ ਦੀਆਂ ਜਿਹੜੀਆਂ ਪਾਲਿਸੀ ਨੇ, ਪ੍ਰਾਈਵੇਟਾਈਜੇਸ਼ਨ, ਜਿਹੜੀ ਸਰਕਾਰ ਆਪਣਾ ਕਿਨਾਰਾ ਕਰ ਗਈ ਤੇ ਪ੍ਰਾਈਵੇਟਾਈਜੇਸ਼ਨ ਹਰ ਅਦਾਰੇ ਦੀ ਕਰ ਦਿੱਤੀ ਗਈ, ਇਹਨਾਂ ਪਾਲਿਸੀ ਵਿੱਚੋਂ ਗਲੋਬਲ ਪੱਧਰ ਤੇ ਜਿਹੜਾ ਹੈਗਾ ਨਾ ਇਨਇਕੁਐਲਿਟੀ, ਵੱਡੇ ਤੇ ਛੋਟੇ ਦਾ ਆਰਥਿਕ ਫਰਕ, ਉਹ ਪਹਿਲਾਂ ਦੇ ਮੁਕਾਬਲੇ ਬਹੁਤ ਵਧਿਆ। ਅਮਰੀਕਾ ਵਿੱਚ ਵੀ ਵਧਿਆ, ਇੰਡੀਆ ਵਿੱਚ ਵੀ ਵਧਿਆ। ਸੋ ਜਿਹੜੀਆਂ ਪਾਲਿਸੀਜ਼ ਲੈ ਕੇ ਸਰਕਾਰਾਂ ਸਾਡੀਆਂ ਤੁਰੀਆਂ ਫਿਰਦੀਆਂ ਨੇ, ਇਹ ਪਾਲਿਸੀਜ਼ ਉਹ ਨੇ ਜਿਹੜੀ ਗਰੀਬ ਵਿਅਕਤੀ ਨੂੰ, ਆਮ ਵਿਅਕਤੀ ਨੂੰ ਸੱਟ ਮਾਰਦੀਆਂ ਨੇ। ਇਹ ਪਾਲਿਸੀਜ਼ ਉਹ ਨੇ ਜਿਹੜੀ ਉੱਪਰਲੀ ਜਮਾਤ ਨੂੰ ਫਾਇਦਾ ਦਿੰਦੀਆਂ ਨੇ। ਜੇਕਰ ਹੇਠਾਂ ਵਾਲੀ ਜਮਾਤ ਨੂੰ ਲਗਾਤਾਰ ਸੱਟ ਵੱਜਦੀ ਰਹੇ ਤੇ ਉੱਪਰਲੀ ਤੇ ਹੇਠਲੀ ਜਮਾਤ ਦਾ ਜਿਹੜਾ ਫਰਕ ਹੈ ਉਹ ਇਸ ਕਦਰ ਤੱਕ ਵੱਧ ਜਾਵੇ ਕਿ ਇਹ ਸੂਬੇ ਲਈ ਖਤਰਾ ਬਣ ਜਾਵੇ, ਫਿਰ ਉਹ ਬੜੀ ਮੰਦਭਾਗੀ ਗੱਲ ਹੁੰਦੀ ਹੈ। ਮੈਂ ਉਸ ਕਿਸਮ ਦੇ ਖਤਰੇ ਤੋਂ ਜਾਣੂ ਕਰਵਾ ਰਿਹਾ। ਕਿਹੜਾ ਖਤਰਾ? ਜਿਹੜਾ ਖਤਰਾ ਸੂਬੇ ਦੇ ਅੰਦਰ ਇੱਕ ਬਹੁਤ ਵੱਡੀ ਗਿਣਤੀ ਉਹਨਾਂ ਲੋਕਾਂ ਦੀ ਜਿਹੜੇ ਡੀਸੈਂਟ ਲਿਵਿੰਗ ਨਹੀਂ ਜੀ ਸਕਦੇ, ਜਿਹੜੇ ਡੀਸੈਂਟ ਲਿਵਿੰਗ ਨਹੀਂ ਅਰਨ ਕਰ ਸਕਦੇ, ਜਿਨ੍ਹਾਂ ਨੂੰ ਇਸ ਚੀਜ਼ ਤੋਂ ਤੋੜ ਦਿੱਤਾ ਗਿਆ। ਤੇ ਦੂਜੇ ਪਾਸੇ ਪੋਲੀਟੀਕਲ ਜਮਾਤ, ਬਿਊਰੋਕ੍ਰੇਸੀ, ਅੱਪਰ ਲੇਅਰ ਜਿਹੜੀ ਬਿਊਰੋਕ੍ਰੇਸੀ ਦੇ ਨੇ, ਉਹ ਸਾਰਾ ਮਾਲ ਸਾਂਭ ਕੇ ਬੈਠੇ ਨੇ। ਇਹ ਚੀਜ਼ਾਂ ਕੋਈ ਸੂਬੇ ਦੀ ਚੰਗਾ ਸੰਕੇਤ ਨਹੀਂ ਦਿੰਦੀਆਂ। ਬਿਲਕੁਲ। ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸੁਖਵਿੰਦਰ, ਮਿਹਰਬਾਨੀ। ਤਾਂ ਇਹ ਸਨ ਡਾਕਟਰ ਕੁਲਦੀਪ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ
ਮੁੱਦਿਆਂ ਦੇ ਉੱਪਰ ਸਾਡੇ ਨਾਲ ਗੰਭੀਰਤਾ ਦੇ ਨਾਲ ਗੱਲਬਾਤ ਕੀਤੀ ਗਈ, ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਗਏ ਨੇ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊਗੀ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।